ਸਾਰਿਆਂ ਨੂੰ bless Praise you. the Lord. It's nice to be with you again. So praise the Lord. ਆਪਾਂ Amen. ਇਕੱਠੇ ਰਲ ਕੇ ਪ੍ਰਭੂ ਦੀ ਸਜਦਾ ਕਰ ਸਕਦੇ ਹਾਂ। Yeah. ਸੋ ਇਸ ਵੇਲੇ ਜਦੋਂ ਆਪਾਂ ਬੈਠੇ ਹਾਂ ਤੇ ਜ਼ਰੂਰ ਆਪਣਾ ਧਿਆਨ ਪ੍ਰਭੂ ਦੇ ਬਚਨ ਵੱਲ ਲਾਵਾਂਗੇ ਤੇ ਪ੍ਰਭੂ ਆਪਣੀ ਮਦਦ ਕਰੂਗਾ ਤੇ ਆਪਣੇ Yes. ਦਿਮਾਗ ਆਪਣੇ ਬੀਇੰਗ ਨੂੰ ਖੋਲੂਗਾ, ਅਸੀਂ ਸਮਝ ਸਕੀਏ। ਸੋ ਆਪਾਂ ਉਹ ਹੀ ਮੁੜ ਕੇ ਫੇਰ ਅੱਜ ਸਟੱਡੀ ਕਰਦੇ ਹਾਂ। ਅੱਜ ਜਿਹੜਾ ਇਹ ਸਟੱਡੀ ਕਰਦੇ ਹਾਂ, ਅੱਗੇ ਥੋੜ੍ਹੀ ਅੱਜ ਦਾ ਨੈਗੇਟਿਵ ਹੋ ਸਕਦਾ ਸੀ, ਪਰ ਅੱਜ ਹੈਗਾ ਪੋਜ਼ਿਟਿਵ, ਵੀ ਜਿਨੀ ਸਹੀ ਫੈਸਲੇ ਕੀਤੇ ਆ, they made the right choices and they had good results. Amen. ਸੋ ਅੱਜ ਆਪਾਂ ਉਹ ਦੇਖਾਂਗੇ, ਸੁਰਿੰਦਰ ਆਪਾਂ ਨੂੰ ਉਹਦੇ ਥਰੂ ਲੈ ਕੇ ਜਾਊਗੀ, ਪਰ ਆਪਾਂ ਹੋਲੀ ਸਪਿਰਿਟ ਦੀ ਆਵਾਜ਼ ਨੂੰ ਵੀ ਸੁਣਾਂਗੇ ਤੇ ਉਹ ਆਪਾਂ ਨੂੰ ਸਮਝ ਦੇਊਗਾ ਤੇ ਉਹਦੀ ਸਮਝ ਦੇ ਨਾਲ ਫਿਰ ਅਸੀਂ ਨਾਲ ਇੱਦਾਂ ਵੀ ਦੇਖਾਂਗੇ ਸਾਨੂੰ ਆਪਣੇ ਜੀਵਨ ਦੇ ਵਿੱਚ ਕਿਹੜੀ ਚੀਜ਼ ਬਦਲਣ ਦੀ ਜ਼ਰੂਰਤ ਆ ਬਈ ਅਸੀਂ ਸਹੀ ਫੈਸਲੇ ਕਰ ਸਕੀਏ। Amen. ਜੇ ਅਸੀਂ ਰੋਂਗ ਕੀਤਾ ਇਹਦਾ ਮਤਲਬ ਅਸੀਂ ਚੇਂਜ ਹੀ ਕਰ ਸਕਦੇ ਹਾਂ। Yeah. ਅਸੀਂ ਬਦਲ ਸਕਦੇ, ਜਿੰਨਾ ਚਿਰ ਅਸੀਂ ਜੀਨੇ ਆ ਸਾਡੇ ਕੋਲ ਚੋਇਸ ਹੈਗੀ ਆ। ਸੋ ਜ਼ਰੂਰ ਜਿੱਦਾਂ ਸੁਰਿੰਦਰ ਬਚਨ ਸੁਣਾਉਂਦੀ ਹੈ, ਨਾਲ ਰੂਹ ਆਤਮਾ ਦੀ ਆਵਾਜ਼ ਨੂੰ ਵੀ ਸੁਣਨਾ ਤੇ ਆਪਣੇ ਦਿਲ ਨੂੰ ਮੁਲਾਇਮ ਰੱਖਣਾ, ਜਿੱਦਾਂ ਜਦੋਂ ਤੁਹਾਨੂੰ ਕੁਝ ਕਹਿੰਦਾ ਤੇ ਅਸੀਂ ਚੇਂਜ ਕਰਨ ਨੂੰ ਵੀ ਤਿਆਰ ਹੋਈਏ। ਅੱਜ ਆਪਾਂ ਪ੍ਰਾਰਥਨਾ ਕਹੀਏ, ਫਿਰ ਆਪਾਂ ਸੁਰਿੰਦਰ ਨੂੰ ਕਵਾਂਗੇ ਤੇ ਆਪਾਂ ਨੂੰ ਬਚਨ ਦੇ ਵਿੱਚੋਂ ਸੁਣਾਓਗੇ। ਆਜੋ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ ਜਦੋਂ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਬਹਿੰਦੇ ਹਾਂ। ਸਵਰਗ ਪਿਤਾ, ਅਸੀਂ ਰੂਹ ਆਤਮਾ ਨੂੰ ਸੱਦਦੇ, ਅਸੀਂ ਉਹਨੂੰ ਇਨਵਾਈਟ ਕਰਦੇ ਹਾਂ ਸਾਡੇ ਦਿਲਾਂ ਨੂੰ, ਤੇ ਜਿੰਨੇ ਵੀ ਸੁਣ ਰਹੇ ਸਾਰੇ ਦਿਲਾਂ ਨੂੰ ਖੋਲ੍ਹੇ, ਅਸੀਂ ਤੁਹਾਡੇ ਵਚਨ ਨੂੰ ਸਮਝ ਸਕੀਏ, ਤੁਹਾਡੀ ਮਰਜ਼ੀ ਨੂੰ ਸਮਝ ਸਕੀਏ ਤੇ ਅਸੀਂ ਤੁਹਾਡੀ ਮਰਜ਼ੀ ਦੇ ਵਿੱਚ ਚੱਲਣ ਵਾਲੇ ਹੋਈਏ। ਸੌਰੀ ਪਿਤਾ, ਸਾਨੂੰ ਸਿਖਾਓ ਅਸੀਂ ਜਿਹੜੀਆਂ ਚੋਇਸਿਸ ਮੇਕ ਕਰਦੇ, ਜਿਹੜੇ ਅਸੀਂ ਫੈਸਲੇ ਮੇਕ ਕਰਦੇ ਹਾਂ, ਉਹ ਸਹੀ ਹੋਣ ਤੇ ਬਾਈਬਲ ਦੇ ਨਾਲ ਰਲਦੇ ਹੋਣ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ। ਆਮੇਨ, ਆਮੇਨ। ਹਾਂਜੀ ਸੁਰਿੰਦਰ ਜੀ, ਤੁਹਾਡੇ ਤੇ। Praise the Lord. ਮੈਂ ਤੁਹਾਡਾ ਫੇਰ ਸਵਾਗਤ ਕਰਦੀ ਹਾਂ, ਪ੍ਰਭੂ ਦੀ ਵਡਿਆਈ ਕਰਦੀ ਹਾਂ ਕਿ ਅੱਜ ਪਿਤਾ ਪਰਮੇਸ਼ਰ ਨੇ ਆਪਾਂ ਨੂੰ ਇੱਕ ਹੋਰ ਬਹੁਤ ਸੋਹਣਾ ਖੂਬਸੂਰਤ ਦਿਨ ਦਿੱਤਾ ਤੇ ਉਹਨੇ ਆਪਣੀ ਕਿਰਪਾ ਦਿਖਾਈ ਸਾਡੇ ਉੱਤੇ ਕਿ ਅਸੀਂ ਅੱਜ ਵੀ ਜੀਂਦੇ ਹੈਗੇ ਹਾਂ। ਅੱਜ ਵੀ ਉਹਦੀ ਕਿਰਪਾ ਦੇ ਥੱਲੇ ਆ। ਅੱਜ ਉਹਦੀ ਸਜ਼ਾ ਦੇ ਥੱਲੇ ਨਹੀਂ ਹੈਗੇ, ਉਹਦੀ ਕਿਰਪਾ ਦੇ ਥੱਲੇ, ਕਿਉਂਕਿ ਉਹ ਕਿਰਪਾ ਵਾਲਾ ਪਰਮੇਸ਼ਵਰ। ਯੈਸ, ਦੈਟਸ ਰਾਈਟ। ਤੇ ਜੇ ਅਸੀਂ ਜਿੱਦਾਂ ਪਾਸਟਰ ਜੀ ਕਹਿ ਕੇ ਹਟੇ ਕਿ ਜੇ ਅਸੀਂ ਕਿਤੇ ਵੀ ਗਲਤੀ ਵੀ ਕੀਤੀ ਆ, ਅੱਜ ਵੀ ਆਪਣੇ ਕੋਲ ਮੌਕਾ ਹੈਗਾ ਆ, ਕਰਕੇ ਉਹ ਮੌਕਾ ਦੇ ਰਿਹਾ ਆ ਤੇ ਉਹ ਕਿਰਪਾ ਕਰਨੀ ਚਾਹੁੰਦਾ ਆ। ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਆ। ਆਮੀਨ। ਹੱਦੋਂ ਵੱਧ ਪਿਆਰ ਕਰਦਾ। ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਪਤਾ ਕਿੱਦਾਂ ਆਪਾਂ ਸੋਚਦੇ ਹਾਂ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਨਮ ਦਿੱਤਾ ਆ, ਅਸੀਂ ਇਹਨਾਂ ਬੱਚਿਆਂ ਲਈ ਆਹ ਕੀਤਾ, ਅਸੀਂ ਕੰਮ ਕੀਤਾ, ਬਹੁਤ ਕੁਛ ਕੀਤਾ, ਪਰ ਇਹ ਬੱਚਿਆਂ ਨੇ ਸਾਡੀ ਕਦਰ ਨਹੀਂ ਜਾਣੀ ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਇਹ ਸੁਣਾਉਂਦੇ ਵੀ ਹੈਗੇ ਆ ਕਿਉਂਕਿ ਸਾਡੇ ਦਿਲ ਵਿੱਚ ਉਹਨਾਂ ਲਈ ਪਿਆਰ ਵਾ, ਪਰ ਗਲਤ ਤਰੀਕਾ ਵੀ ਹੈਗਾ ਆ ਥੋੜ੍ਹਾ ਜਿਹਾ ਕਿ ਅਸੀਂ ਉਹਨਾਂ ਨੂੰ ਬਾਰ-ਬਾਰ ਚੇਤਾਵਨੀ ਦਿੰਦੇ ਹਾਂ। ਪਰ ਪਰਮੇਸ਼ਰ ਵੀ ਸਾਡੇ ਨਾਲ ਪਿਆਰ ਕਰਦਾ ਆ ਤੇ ਸਾਨੂੰ ਮੋੜਨਾ ਚਾਹੁੰਦਾ ਆ। ਉਹਨਾਂ ਦਾ ਸਹੀ ਤਰੀਕਾ ਕੀ ਸੀ? ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਸਾਡੇ ਪਾਪੀਆਂ ਲਈ ਦੇ ਦਿੱਤਾ ਕਿ ਜਿੰਨੇ ਵੀ ਅੱਜ ਉਹਦੇ ਵਿੱਚ ਨਿਚਾ ਕਰਨਗੇ ਤੇ ਉਹ ਬਚਾਏ ਜਾਣਗੇ। ਤੇ ਸੱਚੀ ਜਿੱਦਾਂ ਆਪਾਂ ਪਹਿਲਾਂ ਤੋਂ ਸੁਣਦੇ ਆਏ ਹਾਂ ਕਿ ਪ੍ਰਭੂ ਜਿੰਨਾ ਚਿਰ ਦੁਨੀਆ ਬਣੀ ਨੂੰ ਹੋ ਗਈ ਆ ਤੇ ਜਿੰਨਾ ਚਿਰ ਲੋਕ ਇਨਸਾਨ ਜਿਹੜੀ ਆਪਣੀ ਸਮਝ ਰੱਖਦੇ ਆ, ਉਹਨਾਂ ਨੂੰ ਚੋਣਾਂ ਕਰਨੀਆਂ ਪੈਂਦੀਆਂ। ਉਹਨਾਂ ਦੇ ਵਿੱਚ ਮੈਂ ਵੀ ਆਉਂਦੀ ਹਾਂ ਤੇ ਬਾਕੀ ਸਾਰੇ ਵੀ ਆਉਂਦੇ ਆ, ਜਿੰਨੇ ਵੀ ਤੁਸੀਂ ਮੇਰੀ ਆਵਾਜ਼ ਨੂੰ ਸੁਣਦੇ ਆ ਜਾਂ ਨਹੀਂ ਸੁਣੋਗੇ, ਪਰ ਚੋਣ ਹਰ ਇਨਸਾਨ ਨੂੰ ਕਰਨੀ ਪੈਂਦੀ ਆ ਜਦੋਂ ਉਹਨਾਂ ਨੂੰ ਸਮਝ ਆ ਜਾਂਦੀ ਆ। ਆਮੀਨ, ਦੈਟਸ ਰਾਈਟ। ਸਾਡੀ ਗ੍ਰੈਂਡ ਡਾਟਰ ਹਾਲੇ 2 ਸਾਲ ਦੀ ਹੋਣਾ ਆ, ਉਹ ਵੀ ਚੋਣਾਂ ਕਰਦੀ ਆ। ਉਹਨੂੰ ਪੁੱਛਿਆ ਜਾਂਦਾ ਤੂੰ ਕੀ ਖਾਣਾ ਆ ਤੇ ਉਹ ਸਾਨੂੰ ਦੱਸਦੀ ਆ। ਉਹਨੂੰ ਪੁੱਛਿਆ ਜਾਂਦਾ ਤੇਰਾ ਨੈਪ ਟਾਈਮ ਹੋ ਗਿਆ, ਸੌਣ ਦਾ ਟਾਈਮ ਹੋ ਗਿਆ, ਤੁਸੀਂ ਰੈਡੀ ਆ, ਤੇ ਉਹ ਸਾਨੂੰ ਦੱਸਦੀ ਆ। ਕੀ ਮਤਲਬ? ਨਿੱਕੀ ਉਮਰ ਤੋਂ ਜਦੋਂ ਤੋਂ ਸਾਨੂੰ ਸਮਝ ਲੱਗਣ ਲੱਗ ਪੈਂਦੀ ਆ, ਸਾਨੂੰ ਚੋਣਾਂ ਕਰਨੀਆਂ ਪੈਂਦੀਆਂ ਆ। ਪਰ ਉਹਨਾਂ ਚੋਣਾਂ ਦੇ ਨਾਲ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਫਿਰ ਸਾਨੂੰ ਹੋਰ ਚੋਣਾਂ ਕਰਨੀਆਂ ਪੈਂਦੀਆਂ, ਡਿਫਰੈਂਟ ਚੋਣਾਂ ਕਰਨੀਆਂ ਪੈਂਦੀਆਂ। ਜਿੱਦਾਂ ਕਿ ਆਪਾਂ
ਕਹਿ ਸਕਦੇ ਆ ਜਦੋਂ ਸਾਡੇ ਤੇ ਜ਼ਿੰਮੇਵਾਰੀ ਪੈ ਜਾਂਦੀ ਆ, ਮਾਪੇ ਦੇ ਘਰ ਹੁੰਦੇ ਵਾਲੀ ਜ਼ਿੰਮੇਵਾਰੀ ਨਹੀਂ ਹੁੰਦੀ, Yeah. ਉਸ ਵੇਲੇ ਸਟੱਡੀ ਦੀ ਜ਼ਿੰਮੇਵਾਰੀ ਹੁੰਦੀ ਆ, ਉਸ ਵੇਲੇ ਫਿਊਚਰ ਦੇ ਵਾਸਤੇ ਅਸੀਂ ਸੋਚਦੇ ਆ, ਉਸ ਵੇਲੇ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀ ਹੁੰਦੀਆਂ। ਜਦੋਂ ਛੋਟੇ ਬੱਚੇ ਹੁੰਦੇ ਉਹਨਾਂ ਕੋਲ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹੈ, ਪਰ ਚੋਣਾਂ ਸਭ ਨੂੰ ਹੀ ਕਰਨੀਆਂ ਪੈਂਦੀਆਂ ਹੈ। ਅੱਜ ਆਪਾਂ ਕਿਹੜੀ ਸਟੇਜ ਤੇ ਹੈਗੇ ਆ ਤੇ ਕਿਹੜੀ ਚੋਣ ਕਰ ਰਹੇ ਹਾਂ, ਕਿਸੇ ਵੀ ਉਮਰ ਦੇ ਵਿੱਚ ਹੋ ਸਕਦੇ ਆਪਾਂ, ਤੇ ਕਿਸੇ ਵੀ ਰੰਗ ਦੇ ਹੋ ਸਕਦੇ, ਕਿਸੇ ਵੀ ਜਾਤ ਦੇ ਹੋ ਸਕਦੇ, ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੋ ਸਕਦੇ ਆ, ਪਰ ਜੇ ਆਪਾਂ ਸੱਚਾਈ ਦੇਖੀਏ ਤਾਂ ਹਰ ਰੋਜ਼ ਆਪਾਂ ਨੂੰ ਚੋਣਾਂ ਕਰਨੀਆਂ ਪੈਂਦੀਆਂ। That's right. ਬੱਚਿਆਂ ਨੂੰ ਚੋਣਾਂ ਕਰਨੀਆਂ ਪੈਂਦੀਆਂ, ਮੈਂ ਪੜ੍ਹਨਾ ਆ, ਕਿਹੜਾ ਕੋਰਸ ਲੈਣਾ ਆ, ਕਿਹੜੀ ਸਟੱਡੀ ਕਰਨੀ ਹੈ, ਕਿਹੜੀ ਯੂਨੀਵਰਸਿਟੀ ਲੈਣੀ ਹੈ, ਕਿਹੜਾ ਸਕੂਲ ਤੇ ਜਾਣਾ ਹੈ। ਜਦੋਂ ਆਪਣੇ ਵਿਆਹ ਸ਼ਾਦੀ ਹੋ ਜਾਂਦੇ ਸਾਨੂੰ ਦੇਖਣਾ ਪੈਂਦਾ ਸਾਡੇ ਪਤੀ ਕੀ ਚਾਹੁੰਦੇ ਆ, ਸਾਡੇ ਬੱਚਿਆਂ ਲਈ ਕੀ ਆ, ਸਾਡੇ ਘਰ ਦੇ ਕੀ ਹਾਲਾਤ ਆ, ਤੇ ਕਿੱਦਾਂ ਅਸੀਂ ਘਰ ਦੇ ਵਿੱਚ ਸ਼ਾਂਤੀ ਬਣਾਈ ਰੱਖਣੀ ਆ, ਤੇ ਕਿੱਦਾਂ ਘਿਸਮਾਨ ਪਾਉਣਾ ਹੈ। ਘਿਸਮਾਨ ਕਿੱਦਾਂ ਪੈਂਦਾ? ਜਦੋਂ ਅਸੀਂ ਬੈਰੀ ਦੀ ਆਵਾਜ਼ ਨੂੰ ਸੁਣਦੇ। ਸ਼ਾਂਤੀ ਕਿੱਦਾਂ ਰਹਿੰਦੀ ਹੈ? ਜਦੋਂ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਸੁਣਦੇ। ਇਨਸਾਨ ਦੇ ਕੋਲ ਚੋਣ ਹੈਗੀ ਆ ਫਿਰ ਵੀ, ਤੇ ਬਹੁਤ ਵਾਰੀ ਸਾਨੂੰ ਪਤਾ ਹੁੰਦਾ ਭਲਾ ਕੀ ਹੈ ਤੇ ਬੁਰਾ ਕੀ ਹੈ। ਜੇ ਇਹ ਨਾ ਪਤਾ ਹੋਵੇ ਤੇ ਫਿਰ ਪਰਮੇਸ਼ਰ ਸਾਨੂੰ ਜੱਜ ਕਰਦੇ ਆ ਤੇ ਉਹ ਸਹੀ ਨਿਆਂ ਨਹੀਂ ਹੈਗਾ। ਪਰ ਉਹਨਾਂ ਨੂੰ ਵੀ ਪਤਾ ਆ ਕਿ ਸਾਨੂੰ ਪਤਾ ਆ, ਫਿਰ ਵੀ ਅਸੀਂ ਕਈ ਵਾਰੀ ਗਲਤ ਚੋਣਾਂ ਕਰਦੇ ਆ ਤੇ ਕਈ ਵਾਰੀ ਸਹੀ ਚੋਣਾਂ ਕਰਦੇ ਆ। ਪਰ ਜਿਹੜੀ ਵੀ ਚੀਜ਼ ਦੀ ਚੋਣ ਕੀਤੀ ਉਹ ਸਾਡੇ ਮੂਹਰੇ ਰਿਜ਼ਲਟ ਲੈ ਕੇ ਆਉਂਦੀ ਆ, ਉਹਦਾ ਹੀ ਅਸੀਂ ਆਪਣੇ ਜੀਵਨ ਦੇ ਵਿੱਚ ਅਸਰ ਦੇਖਦੇ ਹਾਂ। ਜੇਕਰ ਤੁਸੀਂ ਗਾਰਡਨਰ ਕਰਦੇ ਆ ਜਾਂ ਫਾਰਮਿੰਗ ਕਰਦੇ ਆ, ਤੁਹਾਨੂੰ ਪਤਾ ਕਿ ਜੋ ਕੁਛ ਤੁਸੀਂ ਬੀਜਦੇ ਆ, ਜਿੰਨੀ ਮਿਹਨਤ ਕਰਦੇ ਆ ਉਹਦਾ ਫਲ ਉੱਗਦਾ ਹੈ। ਜੇ ਤੁਸੀਂ ਸਟੱਡੀ ਕਰਦੇ ਆ, ਇਸੇ ਤਰ੍ਹਾਂ ਜੋ ਸਟੱਡੀ ਦੇ ਵਿੱਚ ਜੇ ਤੁਸੀਂ ਡਾਕਟਰੀ ਦੀ ਸਟੱਡੀ ਕੀਤੀ ਹੈ ਤੇ ਤੁਸੀਂ ਡਾਕਟਰ ਹੀ ਬਣਨਾ ਹੈ। ਜੇ ਹੋਰ ਕੋਈ ਸਬਜੈਕਟ ਲਿਆ ਹੈ ਤੇ ਤੁਸੀਂ ਉਹਦੇ ਉੱਤੇ ਜਾਣਾ ਹੈ। ਇੱਦਾਂ ਹੀ ਤੁਹਾਡੀਆਂ ਜੌਬਾਂ ਦੀ ਆ, ਇੱਦਾਂ ਹੀ ਤੁਹਾਡੇ ਘਰ ਦੇ ਫੈਸਲੇ ਆ ਕਿ ਜੋ ਤੁਸੀਂ ਘਰ ਦੇ ਵਿੱਚ ਫੈਸਲਾ ਕੀਤਾ ਕਿ ਮੈਂ ਆਪਣੇ ਘਰ ਦੇ ਵਿੱਚ ਕਈ ਲੋਕਾਂ ਦੇ ਮੈਂ ਘਰਾਂ 'ਚ ਗਈ ਆ, ਉਹਨੇ ਇੱਕ ਬੋਰਡ ਲਾਇਆ ਆ ਤੇ ਉੱਤੇ ਲਿਖਿਆ ਆ ਆਹ ਸਾਡੀ ਫੈਮਿਲੀ ਦੇ ਰੂਲਸ ਆ, ਤੇ ਮੈਨੂੰ ਵੀ ਬਹੁਤ ਚੰਗੇ ਲੱਗਦੇ ਆ। ਪਰ ਕੀ ਉਹ ਇਕੱਲੇ ਬੋਰਡ ਦੇ ਉੱਤੇ ਆ ਜਾਂ ਫੈਮਿਲੀ ਦੇ ਵਿੱਚ ਵੀ ਹੈਗੇ ਆ? ਬਾਈਬਲ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਾਨੂੰ ਦੱਸੀਆਂ ਜਾਂਦੀਆਂ ਆ ਕਿ ਆਹ ਸਹੀ ਆ, ਜੇ ਤੁਸੀਂ ਆਹ ਚੋਣ ਕੀਤੀ ਤਾਂ ਤੁਸੀਂ ਇੱਥੇ ਪਹੁੰਚਣਾ ਹੈ। ਕੀ ਉਹ ਚੋਣਾਂ ਜਿਹੜੀਆਂ ਬਾਈਬਲ ਦੇ ਵਿੱਚ ਲਿਖੀਆਂ ਹੈ ਉਹ ਸਾਡੇ ਦਿਲ ਵਿੱਚ ਜਾਂਦੀਆਂ ਹੈ ਤੇ ਅਸੀਂ ਉਹਨਾਂ ਦੇ ਉੱਤੇ ਤੁਰਦੇ ਆ, ਜਾਂ ਇਕੱਲੀਆਂ ਸੁਣਨ ਵਾਲੇ ਹੀ ਆ? ਬਹੁਤ ਸਾਰੇ ਲੋਕ ਹੈਗੇ ਆ ਮੇਰੀ ਨਿਗਾਹ ਦੇ ਵਿੱਚ ਵੀ ਤੇ ਤੁਹਾਡੀ ਨਿਗਾਹ ਦੇ ਵਿੱਚ ਵੀ, ਜੋ ਬਹੁਤ ਸੋਹਣੇ ਜੀਵਨ ਦੇ ਵਿੱਚ ਸਹੀ ਫੈਸਲੇ ਕਰਦੇ ਆ। ਪਰ ਮੈਂ ਇੱਥੇ ਇਹ ਜ਼ਰੂਰ ਕਹੂੰਗੀ ਕਿ ਸਹੀ ਫੈਸਲੇ ਕਰਨ ਦੇ ਨਾਲ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਤੇ ਕਦੀ ਧੁੱਪ ਤੇ ਕਦੀ ਛਾਂ ਨਹੀਂ ਆਉਣੀ ਜਾਂ ਕਦੀ ਮੀਂਹ ਨਹੀਂ ਪੈਣਾ। ਇਹਦਾ ਮਤਲਬ ਕਿ ਮੁਸੀਬਤ ਫੇਰ ਵੀ ਆ ਸਕਦੀ ਆ, ਪ੍ਰੋਬਲਮਸ ਫੇਰ ਵੀ ਆ ਸਕਦੀ ਆ, ਪਰ ਜੇ ਤੁਹਾਡੇ ਪਰਿਵਾਰ ਦੇ ਵਿੱਚ ਯੂਨਿਟੀ ਆ ਤੇ ਤੁਸੀਂ ਉਹਦਾ ਸਾਹਮਣਾ ਵੀ ਕਰ ਸਕਦੇ ਆ। ਜੇ ਤੁਹਾਡੇ ਕੋਲ ਵਿਜ਼ਡਮ ਹੈਗੀ ਆ ਤਾਂ ਤੁਸੀਂ ਆਪਣੇ ਪਿਤਾ ਪਰਮੇਸ਼ਰ ਕੋਲੋਂ ਅਕਲ ਵੀ ਲੈ ਕੇ ਉਹਦੇ ਸਿਚੁਏਸ਼ਨ ਦੇ ਵਿੱਚ ਵਰਤ ਸਕਦੇ ਹੋ। ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਜਦੋਂ ਅਸੀਂ ਸਹੀ ਫੈਸਲਾ ਲਿਆ ਤੇ ਉਹਦਾ ਕੋਈ ਸਾਨੂੰ ਕੀਮਤ ਨਹੀਂ ਦੇਣੀ ਪੈਂਦੀ। ਬੈਰੀ ਦੇ ਨਾਲ ਸਾਡੀ ਲੜਾਈ ਲੱਗ ਗਈ ਆ, ਇਸ ਕਰਕੇ ਸਾਨੂੰ ਉਹਨਾਂ ਚੀਜ਼ਾਂ ਦੀ ਕੀਮਤ ਵੀ ਦੇਣੀ ਪੈਂਦੀ ਆ। ਜੇ ਫਰਜ਼ ਕਰ ਲਓ ਤੁਸੀਂ ਆਪਣੀ ਗਾਰਡਨ ਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦੇ ਆ, ਜਾਂ ਤੁਸੀਂ ਬਹੁਤ ਧਨ ਕਮਾਉਣਾ ਚਾਹੁੰਦੇ, ਜਾਂ ਤੁਸੀਂ ਬਹੁਤ ਸੋਹਣੀ ਕੋਈ ਜੌਬ ਲੈਣਾ ਚਾਹੁੰਦੇ, ਸਟੱਡੀ ਕਰਨੀ ਚਾਹੁੰਦੇ ਆ, ਘਰ ਨੂੰ ਬਿਊਟੀਫੁਲ ਬਣਾਉਣਾ ਚਾਹੁੰਦੇ ਆ, ਉਹਦੇ ਲਈ ਤੁਹਾਨੂੰ ਮਿਹਨਤ ਵੀ ਕਰਨੀ ਪੈਣੀ ਹੈ, ਆਪਣੀ ਨੀਂਦ ਵੀ ਛੱਡਣੀ ਪੈਣੀ ਆ, ਉਹਦੇ ਲਈ ਤੁਹਾਨੂੰ ਆਪਣਾ ਟਾਈਮ ਦੇਣਾ ਪੈਣਾ, ਆਪਣਾ ਪੈਸਾ ਦੇਣਾ ਪੈਣਾ ਹੈ। ਹਰੇਕ ਚੀਜ਼ ਦੀ ਚੋਣ ਆ। ਪਰ ਜਦੋਂ ਕੰਪਲੀਟ ਹੋ ਗਈਆਂ ਜਿਹੜੀਆਂ ਚੋਣਾਂ ਸਹੀ ਕੀਤੀਆਂ ਆ ਤੇ ਉਹਦੇ ਵਿੱਚ ਤੁਸੀਂ ਆਨੰਦ ਮਾਣਨਾ ਆ, ਫਿਰ ਉਹਦੇ ਵਿੱਚ ਤੁਹਾਨੂੰ ਖੁਸ਼ੀ ਮਿਲਣੀ ਆ, ਫਿਰ ਉਹਦੇ ਵਿੱਚ ਤੁਹਾਡੇ ਜਿਹੜੇ ਪਰਿਵਾਰ ਵਾ ਰਿਲੈਕਸ ਹੋ ਕੇ ਬੈਠ ਸਕਦੇ, ਰਿਲੈਕਸ ਹੋ ਕੇ ਇੰਜੋਏ ਕਰ ਸਕਦੇ ਆ। ਚੰਗੀ ਜੇ ਤੁਹਾਡੀ ਫਸਲ ਹੋ ਗਈ ਆ ਫਿਰ ਤੁਸੀਂ ਬੱਲੇ ਬੱਲੇ ਕਰਨੀ ਆਪਣੀ ਵੀ ਤੇ ਪਰਮੇਸ਼ਰ ਦੀ ਵੀ, ਤੇ ਜਿਹੜੇ ਲੋਕ ਦੇਖਣ ਵਾਲੇ ਆ
ਉਹਨਾਂ ਵਾਸਤੇ ਵੀ ਤੁਸੀਂ ਇੱਕ ਨਮੂਨਾ ਬਣ ਜਾਂਦੇ। ਜ਼ਰੂਰ ਤੁਹਾਨੂੰ ਥੋੜਾ ਟਾਈਮ ਦੇਣਾ ਪਿਆ, ਸਫ਼ਰ ਕਰਨਾ ਪਿਆ, ਪਰ ਆਪਾਂ ਨੂੰ ਉਹਦਾ ਰਿਜ਼ਲਟ ਵਧੀਆ ਮਿਲਿਆ ਆ। ਸੋ ਜਿਹੜੀਆਂ ਵੀ ਆਪਾਂ ਚੋਣਾਂ ਕੀਤੀਆਂ ਉਹਦੇ ਵਿੱਚ ਕੁਛ ਨਾ ਕੁਛ ਸਾਨੂੰ ਕਰਨਾ ਪੈਂਦਾ, ਪਰ ਜਿਹੜੀਆਂ ਚੰਗੀਆਂ ਚੀਜ਼ਾਂ ਆ ਉਹਦੇ ਵਿੱਚ ਸਾਨੂੰ ਧੀਰਜ ਵੀ ਰੱਖਣਾ ਪੈਂਦਾ ਆ, ਤੇ ਇੱਕ ਦੂਏ ਦੀ ਸਹਿਣੀ ਵੀ ਪੈਂਦੀ ਆ, ਇੱਕ ਦੂਏ ਨੂੰ ਮਾਫ ਵੀ ਕਰਨਾ ਪੈਂਦਾ ਹੈ। ਯਿਸੂ ਮਸੀਹ ਨੇ ਵੀ ਜਿਹੜੀ ਚੋਣ ਕੀਤੀ ਸੀ, ਗਾਹਾਂ ਜਾ ਕੇ ਆਪਾਂ ਦੇਖਾਂਗੇ, ਉਹਨਾਂ ਨੇ ਵੀ ਸਭ ਕੁਝ ਆਪਣਾ ਛੱਡਿਆ ਸੀਗਾ, ਸਾਡੇ ਲਈ ਸਜ਼ਾ ਚੱਕੀ ਸੀਗੀ, ਪਰ ਉਦੋਂ ਬਾਅਦ ਜਦੋਂ ਉਹ ਕ੍ਰਾਸ ਦੇ ਉੱਤੇ ਮਰ ਗਏ, ਤੀਜੇ ਦਿਨ ਜੀਂਦੇ ਹੋ ਗਏ, ਤੇ ਸਾਡੇ ਲਈ ਉਹ ਗੁੱਡ ਨਿਊਜ਼ ਬਣ ਗਈ। ਇਦਾਂ ਹੀ ਸਾਡੀਆਂ ਚੰਗੀਆਂ ਚੋਣਾਂ ਦੇ ਨਾਲ ਵੀ ਆ, ਕਈ ਵਾਰੀ ਸਾਨੂੰ ਥੋੜਾ ਬਹੁਤ ਸਫ਼ਰ ਕਰਨਾ ਪੈਂਦਾ, ਪਰ ਉਦੋਂ ਬਾਅਦ ਸਾਡੇ ਲਈ ਜਦੋਂ ਰਿਜ਼ਲਟ ਆ ਜਾਂਦਾ ਹੈ, ਕੰਪਲੀਟ ਹੋ ਜਾਂਦੀਆਂ ਚੀਜ਼ਾਂ, ਤੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਆ। ਪਰ ਦੂਸਰੇ ਪਾਸੇ ਜਦੋਂ ਅਸੀਂ ਡਰ ਦੇ ਥੱਲੇ, ਪ੍ਰੈਸ਼ਰ ਦੇ ਥੱਲੇ ਹੋ ਕੇ, ਆਪਣੀਆਂ ਲਾਲਸਾਂ ਦੇ ਵਿੱਚ ਆ ਕੇ ਪਰਮੇਸ਼ਰ ਤੋਂ ਬਿਨਾਂ ਚੋਣਾਂ ਕਰਦੇ ਆ, ਫਿਰ ਤੇ ਘਿਸਮਾਣ ਵੀ ਆ ਜਾਂਦੇ। ਬਹੁਤ ਵਾਰੀ ਅਸੀਂ ਜਾਣਦੇ ਹੁੰਦੇ ਕਿ ਇਹ ਸਹੀ ਆ, ਪਰ ਲੋਕਾਂ ਦਾ ਪ੍ਰੈਸ਼ਰ ਬਹੁਤ ਹੁੰਦਾ ਹੈ, ਫੈਮਿਲੀ ਦਾ ਪ੍ਰੈਸ਼ਰ ਹੁੰਦਾ ਹੈ। ਜੇ ਮੈਂ ਆ ਨਾ ਕੀਤਾ ਤਾਂ ਉਹਨਾਂ ਨੇ ਮੇਰੇ ਨਾਲ ਗੁੱਸੇ ਹੋ ਜਾਣਾ, ਜੇ ਮੈਂ ਆ ਨਾ ਇਦਾਂ ਉਹਨਾਂ ਨੂੰ ਕਿਹਾ ਤਾਂ ਉਹਨੇ ਮੇਰੇ ਨਾਲ ਗੁੱਸੇ ਹੋ ਜਾਣਾ, ਮੈਨੂੰ ਛੱਡ ਦੇਣਾ, ਮੈਂ ਇਕੱਲੀ ਰਹਿ ਜਾਣਾ, ਮੈਂ ਇਕੱਲਾ ਰਹਿ ਜਾਣਾ। ਜਾਂ ਮੇਰਾ ਆਪਣਾ ਹੀ ਡਿਜ਼ਾਇਰ ਹੋ ਸਕਦਾ ਹੈ, ਤੇ ਅਸੀਂ ਉਹਦੇ ਵਿੱਚ ਪਰਮੇਸ਼ਰ ਨੂੰ ਨਹੀਂ ਪੁੱਛਿਆ। ਅਸੀਂ ਸੋਚਦੇ ਹਾਂ, ਜਿਹੜੇ ਚੋਣਾਂ ਜਦੋਂ ਕਰਦੇ ਆ ਅਸੀਂ ਸਾਰੇ ਹੀ ਆ ਉਹਦੇ ਵਿੱਚ, ਕਿ ਜੇ ਮੈਂ ਆਹ ਇਦਾਂ ਨਾ ਕੀਤੀ ਤਾਂ ਮੇਰੇ ਕੋਲ ਹੋਰ ਕੋਈ ਰਾਹ ਹੀ ਹੈ ਨਹੀਂਗਾ, ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗਾ, ਜਿੱਥੇ ਕਿ ਪ੍ਰਭੂ ਕਹਿੰਦੇ ਜਿੱਥੇ ਰਾਹ ਨਹੀਂ, ਮੈਂ ਉਹ ਤੁਹਾਡੇ ਲਈ ਰਾਹ ਬਣਾ ਦੂੰਗਾ। ਸੋ ਜਿਹੜੀ ਵੀ ਅਸੀਂ ਚੋਣ ਕਰਦੇ ਆ, ਚਾਹੇ ਚੰਗੀਆਂ ਤੇ ਬੈਡ ਕਰਦੇ ਆ, ਜੇ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆ ਜਾਈਏ, ਉਹਦੇ ਕੋਲ ਧੀਰਜ ਨਾਲ ਬੈਠ ਜਾਈਏ, ਸਬਰ ਕਰ ਲਈਏ ਸ਼ਾਂਤੀ ਦੇ ਨਾਲ, ਤੇ ਜ਼ਰੂਰ ਉਹ ਸਾਨੂੰ ਰਾਹ ਵੀ ਦੱਸੂਗਾ, ਤੇ ਜ਼ਰੂਰ ਉਹ ਲੋਕਾਂ ਦੇ ਦਿਲਾਂ ਨੂੰ ਵੀ ਕਿਰਪਾ ਕਰੂਗਾ ਤੇ ਉਹਨਾਂ ਨੂੰ ਬਦਲੂਗਾ। ਪਰ ਕੁਛ ਨਾ ਕੁਛ ਤੁਹਾਨੂੰ ਸੈਕਰੀਫਾਈਸ ਕਰਨੀ ਪੈਣੀ, ਤੁਹਾਨੂੰ ਥੋੜੇ ਚਿਰ ਲਈ ਆਪਣਾ ਟਾਈਮ ਪਰਮੇਸ਼ਰ ਨੂੰ ਦੇਣਾ ਪੈਣਾ ਹੈ, ਥੋੜੇ ਚਿਰ ਲਈ ਆਪਣੇ ਬਚਨ ਪੜ੍ਹਨੇ ਪੈਣੇ ਆ, ਉਹਦੀ ਬਚਨ ਦੀ ਨੌਲੇਜ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਸਹੀ ਚੋਣਾਂ ਕਰ ਸਕੀਏ। ਔਰ ਪਰਮੇਸ਼ਰ ਆਤਮਾ ਕਹਿੰਦਾ, ਪਰਮੇਸ਼ਰ ਨੇ ਤੁਹਾਨੂੰ ਡਰ ਦਾ ਆਤਮਾ ਨਹੀਂ ਦਿੱਤਾ, ਬਲਕਿ ਪਿਆਰ, ਸਮਰਥ ਅਤੇ ਸੰਜਮ ਦਾ ਆਤਮਾ ਦਿੱਤਾ। ਉਸ ਵੇਲੇ ਤੁਸੀਂ ਡਰੋ ਨਾ, ਪਰ ਪਿਆਰ ਦੇ ਵਿੱਚ, ਧੀਰਜ ਦੇ ਨਾਲ, ਸੰਜਮ ਦੇ ਨਾਲ ਉਸ ਉੱਥੇ ਚੋਣ ਕਰ ਸਕਦੇ। ਤੇ ਜਿੱਥੇ ਸਾਨੂੰ ਲੱਗਦਾ ਇੱਥੇ ਹੋ ਨਹੀਂ ਸਕਦਾ, ਪਰਮੇਸ਼ਰ ਕਹਿੰਦਾ ਮੇਰੇ ਕੋਲ ਤਾਂ ਹਾਲੇ ਹਜ਼ਾਰਾਂ ਦੇ ਹਜ਼ਾਰ ਰਾਹ ਪਏ ਆ, ਮੈਨੂੰ ਤੇ ਤੁਹਾਨੂੰ ਇਹ ਨਹੀਂ ਪਤਾ ਇਸ ਮਿੰਟ 'ਚ ਕੀ ਹੋਣ ਵਾਲਾ ਹੈ। ਸੋ ਅਸੀਂ ਜੇ ਗਲਤ ਵੀ ਚੋਣ ਕਰ ਲਈ, ਅਸੀਂ ਉਹਦਾ ਵੀ ਸਜ਼ਾ ਸਾਡੇ ਤੇ ਆਉਣੀ ਆ। ਪਰ ਬਹੁਤ ਸਾਰੇ ਮੇਰੇ ਭੈਣ ਭਰਾ, ਨੌਜਵਾਨ ਬੱਚੇ ਹੈਗੇ ਜਿਹੜੇ ਬਹੁਤ ਸਹੀ ਚੋਣਾਂ ਕਰਦੇ ਆ, ਤੇ ਅੱਜ ਆਪਾਂ ਇਹ ਦੇਖਾਂਗੇ ਕਿ ਅੱਜ ਆਪਣੇ ਜੀਵਨ ਦੇ ਵਿੱਚ ਅਸੀਂ ਸਹੀ ਚੋਣਾਂ ਕੀਤੀਆਂ, ਤੇ ਜੇ ਨਹੀਂ ਕੀਤੀਆਂ, ਮੈਂ ਤੁਹਾਨੂੰ ਹੌਸਲਾ ਦਿੰਦੀ ਆ, ਅੱਜ ਵੀ ਮੌਕਾ ਹੈਗਾ ਹੈ, ਕਰਕੇ ਪ੍ਰਭੂ ਅੱਜ ਵੀ ਕਿਰਪਾ ਵਾਲਾ ਪਰਮੇਸ਼ਰ, ਜਿੱਦਾਂ ਮੈਂ ਕਿਹਾ, ਉਹ ਸਾਡੇ ਨਾਲ ਧੀਰਜ ਕਰਦਾ ਆ, ਤਾਂ ਕਿ ਅਸੀਂ ਆਪਣੇ ਬੁਰੇ ਰਾਹਾਂ ਤੋਂ ਮੁੜ ਕੇ ਉਹਦੇ ਵੱਲ ਨੂੰ ਆ ਜਾਈਏ। ਪਰ ਇੱਕ ਆਪਾਂ ਇਦੋਂ ਪਹਿਲਾਂ ਇੱਕ ਸਟੋਰੀ ਪੜ੍ਹਦੇ ਹਾਂ, ਜਿਹੜੀ ਅੱਗੇ ਆਪਾਂ ਦੇਖੀ ਸੀਗੀ, ਉਹ ਹੈਗੀ ਪਹਿਲਾ ਸੈਮੂਅਲ, ਫਸਟ ਸੈਮੂਅਲ, ਉਹਦਾ ਪਹਿਲਾ ਚੈਪਟਰ। ਉਹਦੇ ਵਿੱਚ ਆ ਮੈਂ ਇਹਦੇ ਫਸਟ ਸੈਮੂਅਲ ਦੇ ਤਿੰਨੇ ਹੀ ਚੈਪਟਰਾਂ ਦੇ ਵਿੱਚ ਆਪਾਂ ਦੇਖਾਂਗੇ ਕੀ ਕੀ ਹੁੰਦਾ ਹੈ। ਇੱਥੇ ਜਿਹੜੀ ਮੈਂ ਸਟੋਰੀ ਦੱਸਣ ਲੱਗੀ ਹਾਂ, ਇਹ ਹੈਗੀ ਹੰਨਾ, ਜਿਹੜੀ ਬਾਂਝ ਸੀਗੀ, ਜਿਹਦੇ ਔਲਾਦ ਹੈ ਨਹੀਂ ਸੀਗਾ। ਇਸ ਔਰਤ ਦੇ ਕੋਲ, ਇਹ ਔਰਤ ਦੇ ਹਸਬੈਂਡ ਕੋਲ ਦੋ ਔਰਤਾਂ ਸੀਗੀਆਂ, ਤੇ ਇੱਕ ਦੇ ਕੋਲ ਬੱਚੇ ਹੈਗੇ ਸੀਗੇ ਤੇ ਇਹਦੇ ਕੋਲ ਹੈ ਨਹੀਂ ਸੀ। ਤੇ ਜਿਹੜੀ ਇਹਦੀ ਦੂਸਰੀ ਸੌਂਕਣ ਸੀਗੀ, ਉਹ ਇਹਨੂੰ ਛੇੜਦੀ ਹੁੰਦੀ ਸੀ, ਤੰਗ ਕਰਦੀ ਹੁੰਦੀ ਸੀ, ਤੇ ਇਹ ਆਪਣੇ ਆਪ ਵਿੱਚ ਘਬਰਾਈ ਹੁੰਦੀ ਸੀਗੀ ਕਿ ਮੇਰੇ ਕੋਲ ਬੱਚਾ ਕਿਉਂ ਨਹੀਂ ਹੈਗਾ। ਹਾਲਾਂਕਿ ਇਹਦਾ ਪਤੀ ਇਹਨੂੰ ਬਹੁਤ ਪਿਆਰ ਕਰਦਾ ਸੀ। ਜੇ ਤੁਸੀਂ ਆਪ ਇਹ ਸਾਰੀ ਸਟੱਡੀ ਕੀਤੀ, ਕਿਉਂਕਿ ਮੇਰੇ ਕੋਲ ਤਾਂ ਇੰਨਾ ਟਾਈਮ ਨਹੀਂ, ਮੈਂ ਜਸਟ ਲਿਟਲ ਬਿਟ ਬੈਕਅਪ ਕਰਦੀ ਹਾਂ, ਤੇ ਤੁਸੀਂ ਪੜ੍ਹਿਓ। ਤੇ ਅਦਾਸ ਰਹਿੰਦੀ ਸੀਗੀ, ਪਤੀ ਦਾ ਪਿਆਰ, ਕਹਿੰਦੀ ਮੈਂ ਇਨਫ ਨਹੀਂ, ਮੈਨੂੰ ਵੀ ਬੱਚੇ ਚਾਹੀਦੇ ਆ। ਸੋ ਉਹਨੇ ਰਾਸਤੇ ਦੇ ਵਿੱਚ ਇੱਕ ਇੱਦਾਂ ਦੇ ਮਾਹੌਲ ਦੇ ਵਿੱਚ, ਜਿੱਥੇ ਉਹ ਬਹੁਤ ਅਦਾਸ ਸੀਗੀ, ਉਹਦਾ ਪਤੀ ਉਹਨੂੰ ਪਿਆਰ ਵੀ ਕਰਦਾ ਸੀ, ਪਰ ਉਹਦੇ ਕੋਲ ਇੱਕ ਚੀਜ਼ ਦੀ ਕਮੀ ਸੀਗੀ, ਤਾਂ ਉਹਨੂੰ ਉੱਥੇ ਚੋਣ ਕਰਨੀ ਪਈ ਸੀ।
ਉਹ ਇਦਾਂ ਵੀ ਚੋਣ ਕਰ ਸਕਦੀ ਸੀ, ਆਪਣੇ ਹਸਬੰਡ ਨੂੰ ਕਹਿ ਸਕਦੀ ਸੀ ਤੂੰ ਮੈਨੂੰ ਇੰਨਾ ਜੇ ਪਿਆਰ ਕਰਦਾ ਤੇ ਇਹਨੂੰ ਛੱਡ ਦੇ। ਇਹ ਵੀ ਚੋਣ ਕਰ ਸਕਦੀ ਸੀ, ਪਰ ਉਹਨੇ ਇਹ ਚੋਣ ਨਹੀਂ ਕੀਤੀ। ਉਹਨੇ ਹੋਰ ਇੱਕ ਚੋਣ ਕੀਤੀ ਜਿਹਦੇ ਬਾਰੇ ਅੱਜ ਆਪਾਂ ਦੇਖਾਂਗੇ। ਉਹਨੇ ਜਦੋਂ ਉਹਦੇ ਕੋਲ ਔਲਾਦ ਨਹੀਂ ਸੀ, ਉਹਦਾ ਜਿਹੜਾ ਪਤੀ ਸੀ ਉਹ ਆਪਣੇ ਸਾਰੇ ਪਰਿਵਾਰ ਨੂੰ, ਦੋਨਾਂ ਹੀ ਪਤਨੀਆਂ ਨੂੰ ਲੈ ਕੇ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹਰੇਕ ਸਾਲ ਪਰਮੇਸ਼ਰ ਦੇ ਕੋਲ ਜਾਂਦਾ ਹੁੰਦਾ ਸੀ, ਜਿੱਥੇ ਉਸ ਵੇਲੇ ਜਗ੍ਹਾ ਸੀ, ਮੰਦਿਰ ਸੀ, ਜਿੱਥੇ ਮਰਜ਼ੀ ਰੱਖ ਲਓ ਤੁਸੀਂ, ਉੱਥੇ ਉਹ ਜਾਂਦਾ ਸੀ ਤੇ ਆਪਣੀਆਂ ਭੇਟਾਂ ਚੜਾਉਂਦਾ ਸੀ ਤੇ ਸੁੱਖ-ਸਾਂਦ ਦੀਆਂ ਬਲੀਆਂ ਚੜਾਉਂਦਾ ਹੁੰਦਾ ਸੀ, ਜਿੱਦਾਂ 올ਡਨ ਡੇ 'ਚ ਕਰਦੇ ਸੀ। ਪਰ ਹਰੇਕ ਸਾਲ ਜਾਂਦਾ ਸੀ। ਪਰ ਇਸ ਔਰਤ ਨੂੰ ਉਦਾਸੀ ਰਹਿੰਦੀ ਸੀ ਤੇ ਇੱਕ ਦਿਨ ਇਹਨੇ ਵੀ ਫੈਸਲਾ ਕਰ ਲਿਆ ਤੇ ਇਹ ਵੀ ਉੱਥੇ ਭੇਟਾਂ ਤੋਂ ਬਾਅਦ ਜਦੋਂ ਗਈ ਤੇ ਇਹਨੇ ਵੀ ਉੱਥੇ ਜਾ ਕੇ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ, ਪਿਤਾ ਤੂੰ ਮੈਨੂੰ ਇੱਕ ਬੇਟਾ ਦੇ, ਮੇਰੀ ਕੁੱਖ ਨੂੰ ਖੋਲ, ਮੈਨੂੰ ਸ਼ਰਮਿੰਦਗੀ ਤੋਂ ਬਚਾ। ਇਹ ਸਹੀ ਰਾਸਤੇ ਤੇ ਗਈ, ਸਹੀ ਚੋਣ ਕੀਤੀ, ਕਿਸੇ ਹੋਰ ਕੋਲ ਨਹੀਂ ਗਈ, ਉਸ ਪਰਮੇਸ਼ਰ ਕੋਲ ਗਈ। ਇਹਨੂੰ ਪਤਾ ਲੱਗ ਗਿਆ ਜਿਹਦੇ ਕੋਲ ਸਭ ਕੁਝ ਮਿਲ ਸਕਦਾ ਹੈ। ਇਹ ਵੀ ਚੋਣ ਕਰ ਸਕਦੀ ਸੀ, ਪਰਮੇਸ਼ਰ ਨੂੰ ਫਟਕਾਰ ਸਕਦੀ ਸੀਗੀ ਕਿ ਅਸੀਂ ਹਰੇਕ ਸਾਲ ਤੇਰੇ ਕੋਲ ਆਉਂਦੇ ਹਾਂ, ਤੂੰ ਮੈਨੂੰ ਕਿਉਂ ਨਹੀਂ ਬੱਚਾ ਦਿੱਤਾ, ਮੈਂ ਨਹੀਂ ਹੁਣ ਮੰਨਣਾ। ਬਹੁਤ ਸਾਰੇ ਲੋਕ ਅੱਜ ਕਹਿ ਦਿੰਦੇ ਆ ਪਰਮੇਸ਼ਰ ਨੇ ਮੇਰੀ ਪ੍ਰਾਰਥਨਾ ਨਹੀਂ ਸੁਣੀ, ਹੁਣ ਮੈਂ ਨਹੀਂ ਆਉਣਾ ਹੈਗਾ। ਪਰ ਇਹਨੇ ਰਾਈਟ ਚੋਣ ਕੀਤੀ। ਇਹਨੇ ਕੀ ਕਿਹਾ, ਪਿਤਾ ਮੈਂ ਆਪਣੇ ਦੁੱਖ ਲੈ ਕੇ ਤੇਰੇ ਕੋਲ ਆਉਂਦੀ ਹਾਂ, ਤੂੰ ਇਸ ਦੁੱਖਾਂ ਨੂੰ ਜਾਣਦਾ। ਤੇ ਪਿਤਾ ਨੇ ਉਹਦੀ ਸੁਣ ਲਈ। ਆਮੇਨ। ਹਾਲਾਂਕਿ ਜਿਹੜਾ ਉੱਥੇ ਜਾਜਕ ਸੀ ਐਲੀ, ਉਹ ਸੋਚਦਾ ਸੀ ਕਿ ਇਹ ਤਾਂ ਕੋਈ ਡਰੰਕਰ ਬੈਠੀ ਆ। ਇੰਨੀ ਇਹ ਮਗਨ ਸੀ, ਇੰਨੀ ਪਰਮੇਸ਼ਰ ਦੇ ਵਿੱਚ ਲਗਨ ਹੋ ਗਈ ਸੀ ਕਿ ਜਦੋਂ ਅੱਜ ਮੈਂ ਤੇ ਤੁਸੀਂ ਚੋਣ ਕਰਦੇ, ਜਦੋਂ ਸਾਡੇ ਹਾਲਾਤ ਔਖੇ ਆ, ਅਸੀਂ ਕਿਹਦੇ ਕੋਲ ਜਾਂਦੇ ਹਾਂ? ਫਸਟ ਚੋਇਸ ਹੈ ਆਪਣੀ। ਕਿੱਦਾਂ ਪ੍ਰਾਰਥਨਾ ਕਰਦੇ ਹਾਂ, ਕਿਹਦੇ ਨਾਲ ਇੰਟੀਮੇਸੀ ਹੋ ਜਾਂਦੇ ਹਾਂ, ਕਿਹਦੇ ਨਾਲ ਜੁੜ ਜਾਂਦੇ ਹਾਂ, ਇਹ ਸਾਡੀ ਪਹਿਲੀ ਚੋਣ ਆ। ਤੇ ਇਹ ਪਰਮੇਸ਼ਰ ਦੇ ਨਾਲ ਜੁੜ ਗਏ ਤੇ ਪਰਮੇਸ਼ਰ ਨੂੰ ਵਾਅਦਾ ਵੀ ਇੱਥੇ ਨੇ ਕੀਤਾ। ਉਹਦੇ ਬਾਰੇ ਆਪਾਂ ਦੇਖਾਂਗੇ ਕਿ ਇਹਨੂੰ ਇੱਕ ਪੁੱਤ ਮਿਲਿਆ ਤੇ ਇਹਨੇ ਕਿਹਾ, ਪਿਤਾ ਜੇ ਤੂੰ ਮੈਨੂੰ ਪੁੱਤ ਦਊਂਗਾ ਤੇ ਮੈਂ ਉਹਨੂੰ ਸਦਾ ਲਈ ਤੇਰੇ ਭਵਨ ਦੇ ਵਿੱਚ ਲਿਆਉਂਗੀ, ਉਹ ਤੇਰੀ ਸੇਵਾ ਦੇ ਵਿੱਚ ਰਹੂਗਾ। ਬਹੁਤ ਵੱਡਾ ਫੈਸਲਾ ਹੈ। ਜਿਹੜੀ ਔਰਤ ਕੋਲ ਬੇਬੀ ਹੈ ਨਹੀਂਗਾ, ਜਿਹੜੀ ਔਰਤ ਹਾਲੇ ਬੱਚੇ ਮੰਗਦੀ ਆ, ਤੇ ਉਹਨੇ ਪਹਿਲਾਂ ਹੀ ਇਹ ਫੈਸਲਾ ਕਰ ਲਿਆ। ਬਹੁਤ ਵੱਡਾ ਫੈਸਲਾ ਹੈ, ਬਹੁਤ ਵੱਡੀ ਚੋਣ ਆ, ਪਰ ਉਹਨੇ ਕੀਤੀ। ਤੇ ਫਿਰ ਆਪਾਂ ਇਦੋਂ ਬਾਅਦ ਦੇਖਦੇ ਆ ਪਹਿਲਾ ਸੈਮੂਅਲ ਪਹਿਲਾ ਚੈਪਟਰ ਤੇ 22ਵੀਂ ਆਇਤ ਮੈਂ ਪੜ੍ਹਦੀ ਹਾਂ, ਉਹਦੇ ਨਾਲ ਨਾਲ ਆਪਾਂ ਗਾਹਾਂ ਜਾਵਾਂਗੇ। ਪਰ ਹਨਾ ਨਾ ਗਈ, ਕਿਉਂ ਜੋ ਉਹਨੇ ਆਪਣੇ ਪਤੀ ਨੂੰ ਆਖਿਆ, ਜਿੰਨਾ ਚਿਰ ਮੁੰਡੇ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫਿਰ ਉਹਨੂੰ ਲੈ ਕੇ ਜਾਵਾਂਗੀ। ਜੋ ਯਹੋਵਾ ਦੇ ਸਾਹਮਣੇ ਜਾਵੇ ਤਾਂ ਫਿਰ ਉੱਥੇ ਹੀ ਰਹੇ। ਕਿਉਂਕਿ ਹੁਣ ਇਹਦਾ ਪਤੀ ਤਾਂ ਹਰੇਕ ਸਾਲ ਹੀ ਜਾਂਦਾ ਹੁੰਦਾ ਸੀ ਤੇ ਹੁਣ ਉਹਦੇ ਕੋਲ ਬੇਬੀ ਹੋ ਗਿਆ, ਮੁੰਡਾ ਹੋ ਗਿਆ, ਉਹਦਾ ਨਾਂ ਉਹਨੇ ਸੈਮੂਅਲ ਰੱਖਿਆ ਆਇਆ। ਤੇ ਉਹ ਜਾਣ ਨੂੰ ਫੇਰ ਤਿਆਰ ਹੋਆ ਕਿ ਅਸੀਂ ਪਰਮੇਸ਼ਰ ਦੇ ਘਰ ਜਾਈਏ ਤੇ ਉੱਥੇ ਆਪਣੀਆਂ ਭੇਟਾਂ ਤੇ ਬਲੀਦਾਨ ਚੜਾਈਏ। ਪਰ ਹਨਾ ਕਹਿੰਦੀ ਮੈਂ ਹਾਲੇ ਨਹੀਂ ਜਾਣਾ, ਕਿਉਂਕਿ ਮੇਰਾ ਬੇਬੀ ਛੋਟਾ ਆ, ਮੁੰਡਾ ਛੋਟਾ ਆ, ਮੈਂ ਇਹਨੂੰ ਹਾਲੇ ਦੁੱਧ ਪਿਲਾਉਂਦੀ ਆ। ਪਰ ਜਦੋਂ ਮੈਂ ਲੈ ਕੇ ਗਈ ਤੇ ਮੈਂ ਉਦੋਂ ਲੈ ਕੇ ਜਾਊਂਗੀ ਜਦੋਂ ਇਹ ਰੋਟੀ ਖਾਣ ਜੋਗਾ ਹੋ ਗਿਆ, ਜਦੋਂ ਮਾਂ ਦਾ ਦੁੱਧ ਛੱਡ ਦਿੱਤਾ ਤਾਂ ਫਿਰ ਉੱਥੇ ਰਹਿ ਸਕਦਾ ਹੈ। ਕਿਉਂਕਿ ਲਿਖਿਆ ਆ ਯਹੋਵਾ ਦੇ ਸਾਹਮਣੇ ਆ ਜਾਵੇ ਤਾਂ ਫਿਰ ਉੱਥੇ ਹੀ ਰਹੇ। ਜਦੋਂ ਮੈਂ ਲੈ ਕੇ ਗਈ ਮੈਂ ਉੱਥੇ ਹੀ ਛੱਡ ਕੇ ਆਉਣਾ ਹੈ ਕਹਿੰਦੀ। ਸੋ ਉਹਨੇ ਫਿਰ ਇੱਕ ਹੋਰ ਚੋਣ ਕਰ ਲਈ ਆ। ਹੁਣ ਆਪਣੇ ਪਤੀ ਦੇ ਸਾਹਮਣੇ ਇਕਰਾਰ ਕਰ ਲਿਆ ਆ। ਇਹ ਵੀ ਵੱਡੀ ਚੋਣ ਸੀ। ਤੇ 23ਵੀਂ ਆਇਤ ਵਿੱਚ ਲਿਖਿਆ, ਸੋ ਉਹਦੇ ਪਤੀ ਅਲਕਾ ਨੇ ਉਹਨੂੰ ਆਖਿਆ, ਜੋ ਤੈਨੂੰ ਚੰਗਾ ਲੱਗੇ ਉਹ ਕਰ। ਉਹਦੇ ਪਤੀ ਨੇ ਵੀ ਸਹੀ ਚੋਣ ਕੀਤੀ, ਉਹਦੇ ਫੈਸਲੇ ਦੇ ਉੱਤੇ ਉਹਦੇ ਨਾਲ ਸਹਿਮਤ ਹੋ ਗਿਆ। ਬਹੁਤ ਵਾਰੀ ਕਈ ਹਸਬੈਂਡਸ ਆਪਣੀ ਵਾਈਫਸ ਦੇ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਹੈਗੇ, ਜਾਂ ਉਹ ਕਹਿੰਦੇ ਆ ਉਹ ਰੌਂਗ ਚੀਜ਼ਾਂ, ਜਾਂ ਉਹ ਸਹੀ ਵੀ ਹੋ ਸਕਦੇ, ਜਾਂ ਆਰਗਿਊ ਸ਼ੁਰੂ ਹੋ ਸਕਦਾ। ਪਰ ਇਹਨਾਂ ਦੋਹਾਂ ਦੇ ਵਿੱਚ ਸ਼ਾਂਤੀ ਬਣੀ ਰਹੀ, ਕਿਉਂਕਿ ਇਹ ਦੋਨੇ ਪਰਮੇਸ਼ਰ ਨਾਲ ਪਿਆਰ ਕਰਦੇ ਸੀਗੇ, ਪਰਮੇਸ਼ਰ ਦੀ ਸਲਾਹ ਦੇ ਵਿੱਚ ਸੀਗੇ, ਤਾਂ ਹੀ ਘਰ ਵਿੱਚ ਸ਼ਾਂਤੀ ਸੀਗੀ। ਜਦ ਤੋੜੀ ਤੂੰ ਇਸ ਨੂੰ ਦੁੱਧ ਨਾ ਛਡਾਵੇਂ, ਠਹਿਰੀ ਰਹਿ। ਉਹਨੇ ਵੀ ਕਿਹਾ ਠਹਿਰ ਜਾ, ਜਿੰਨਾ ਚਿਰ ਤੂੰ ਹਾਲੇ ਦੁੱਧ ਪਿਲਾਉਂਦੀ ਹੈ। ਨਿਰਾ ਯਹੋਵਾ ਦਾ ਆਪਣੇ ਬਚਨ
ਨੂੰ ਪੂਰਾ ਰੱਖੇ। ਕਹਿੰਦਾ ਪਰ ਪਰਮੇਸ਼ਰ ਦਾ ਵਚਨ ਜਿਹੜਾ ਹੈ ਉਹ ਪੂਰਾ ਰੱਖੇ, ਯਹੋਵਾ ਦਾ ਵਚਨ ਪੂਰਾ ਹੋਵੇ। ਸੋ ਉਹ ਤੀਵੀਂ ਠਹਿਰੀ ਰਹੀ ਅਤੇ ਆਪਣੇ ਪੁੱਤਰ ਨੂੰ ਦੁੱਧ ਚੁਗਾਉਂਦੀ ਰਹੀ ਸੀ ਜਦ ਤੋੜੀ ਉਸ ਦਾ ਦੁੱਧ ਨਾ ਛੁਡਾਇਆ। 24ਵੀਂ ਆਇਤ ਵਿੱਚ ਲਿਖਿਆ, ਜਾਂ ਉਹਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਤੁਰੀ ਅਤੇ 3 ਬੱਚੇ, 1 ਫਾਦ ਆਟੇ ਦਾ ਅਤੇ 1 ਮਸ਼ਕ ਦਾਖ ਰਸ ਦੀ ਆਪਣੇ ਨਾਲ ਲਈ ਅਤੇ ਉਸ ਮੁੰਡੇ ਨੂੰ ਸ਼ਿਲੋ ਵਿੱਚ ਯਹੋਵਾ ਦੇ ਘਰ ਲੈ ਆਈ। ਹਾਲੇ ਉਹ ਮੁੰਡਾ ਨਿਆਣਾ ਹੀ ਸੀਗਾ। ਉਹਨੇ ਵੇਟ ਨਹੀਂ ਕੀਤੀ ਕਿ 10-12 ਸਾਲਾਂ ਦਾ ਹੋ ਜੋ, 20 ਦਾ ਹੋ ਜੋ, ਫੇਰ ਚੜਾ ਦੂੰਗੀ। ਨਹੀਂ, ਉਹਨੇ ਪਰਮੇਸ਼ਰ ਨੂੰ ਕੋਈ ਇਹ ਨਹੀਂ ਸੀ ਕਿਹਾ ਵੀ ਮੈਂ ਕਿੰਨੇ ਸਾਲਾਂ ਦਾ ਚੜਾਉਂਗੀ, ਪਰ ਪਰਮੇਸ਼ਰ ਨੇ ਉਹਨੇ ਉਹ ਵਾਅਦਾ ਹਨਾ ਨੇ ਚੇਤੇ ਰੱਖਿਆ। ਜਦੋਂ ਹੀ ਉਹਦਾ ਦੁੱਧ, ਉਹਨੇ ਡਿਜ਼ਾਇਰ ਰੱਖਿਆ ਕਿ ਜਦੋਂ ਹੀ ਇਹ ਰੋਟੀ ਪਾਣੀ ਖਾਣ ਲੱਗ ਪਿਆ ਤਾਂ ਮੈਂ ਉੱਥੇ ਉਹਨੂੰ ਛੱਡਾਂਗੀ। 올ਡਨ ਡੇ ਦੇ ਵਿੱਚ ਬੋਤਲਾਂ ਨਹੀਂ ਸੀਗੀਆਂ, ਮਾਂ ਦਾ ਦੁੱਧ ਪਿਲਾਇਆ ਜਾਂਦਾ ਸੀ। ਇਸ ਕਰਕੇ ਜਦੋਂ ਮਾਂ ਦਾ ਦੁੱਧ ਛੁਡਾਤਾ ਤੇ ਉਹ ਪਰਮੇਸ਼ਰ ਦੇ ਘਰ ਨੂੰ ਉਹਨੂੰ ਲੈ ਕੇ ਗਈ, ਕਿਉਂਕਿ ਉਹਦਾ ਪਤੀ ਹਰ ਸਾਲ, ਇਹਨਾਂ ਦੇ ਘਰ ਦਾ ਅਸੂਲ ਸੀਗਾ ਕਿ ਉਹ ਹਰ ਸਾਲ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਂਦੇ ਸੀ। ਸਾਡੇ ਵੀ ਅਸੂਲ, ਸਾਡੀਆਂ ਵੀ ਚੋਣਾਂ ਇਹ ਹੋਣੀਆਂ ਚਾਹੀਦੀਆਂ ਕਿ ਜਿਹੜਾ ਅਸੀਂ ਇੱਕ ਟਾਈਮ ਠਹਿਰਾਇਆ ਆ ਉਹ ਪਰਮੇਸ਼ਰ ਦੀ ਚੋਣ ਲਈ ਹੋਵੇ, ਅਸੀਂ ਉਸ ਚੋਣ ਦੇ ਵਿੱਚ ਪਰਮੇਸ਼ਰ ਦੇ ਅੱਗੇ ਜਾ ਸਕੀਏ, ਉਹਨੂੰ ਇੱਧਰ ਉੱਧਰ ਨਾ ਹੋਣ ਦੇਈਏ। ਇਹਨਾਂ ਨੇ ਫਿਰ ਚੋਣ ਕੀਤੀ ਤੇ ਫਿਰ ਉਹ ਬੇਟੇ ਨੂੰ ਆਪਣੇ ਨੂੰ ਨਾਲ ਲੈ ਕੇ ਗਏ। 25ਵੀਂ ਆਇਤ ਵਿੱਚ ਲਿਖਿਆ, ਤਦ ਉਹਨਾਂ ਨੇ 1 ਬੱਚੇ ਨੂੰ ਬਲੀ ਚੜਾਇਆ ਅਤੇ ਮੁੰਡੇ ਨੂੰ ਐਲੀ ਕੋਲ ਲੈ ਆਏ। ਉਸ ਵੇਲੇ ਬਲੀ ਵੀ ਦੇਣੀ ਪੈਂਦੀ ਸੀ, ਸੋ ਉਹਨਾਂ ਨੇ ਬਲੀ ਵੀ ਦਿੱਤੀ 1 ਬੱਚੇ ਦੀ, ਤੇ ਉਸ ਮੁੰਡੇ ਨੂੰ ਐਲੀ ਜਿਹੜਾ ਉਸ ਵੇਲੇ ਜਾਜਕ ਸੀਗਾ ਉਸ ਜਗ੍ਹਾ ਦਾ, ਉਹਦੇ ਕੋਲ ਲਿਆਂਦਾ। ਹੁਣ ਉਹ ਸੋਚਦਾ ਹੋਣਾ ਇਹ ਕਿਹੜੀ ਬਲੀ ਲੈ ਆਂਦੀ ਆ, ਇਹ ਕੀ ਕਰ ਦਿੱਤਾ ਆ। ਇਸ ਕਰਕੇ ਹੁਣ ਉਹਨੇ ਸਮਝਾਉਣਾ ਵੀ ਹੈਗਾ। 26ਵੀਂ ਆਇਤ ਵਿੱਚ ਲਿਖਿਆ, ਅਤੇ ਉਹ ਬੋਲੀ, ਹੇ ਮੇਰੇ ਸੁਆਮੀ ਤੇਰੀ ਜਿੰਦ ਦੀ ਸਹੁੰ, ਹੇ ਸੁਆਮੀ ਮੈਂ ਉਹ ਤੀਵੀਂ ਹਾਂ ਜਿਹਨੇ ਤੇਰੇ ਕੋਲ ਇੱਥੇ ਖੜੋ ਕੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਸੀ। ਹੁਣ ਹਨਾ ਉਹਨੂੰ ਸਮਝਾਉਂਦੀ ਆ, ਜਿਹੜਾ ਐਲੀ ਜਾਜਕ ਸੀਗਾ, ਕਰਕੇ ਉਹਨੇ ਪੁੱਛਣਾ ਵੀ ਇਹ ਕੀ ਆ, ਇਹ ਕਿੱਦਾਂ, ਤੇ ਉਹ ਕਹਿੰਦੀ ਮੈਂ ਉਹੀ ਔਰਤ ਹਾਂ ਜਿਹਨੇ ਤੇਰੇ ਲਾਗੇ ਇੱਥੇ ਖੜੇ ਹੋ ਕੇ ਪ੍ਰਾਰਥਨਾ ਕੀਤੀ ਸੀ, ਪਰਮੇਸ਼ਰ ਦੇ ਅੱਗੇ ਦੁਹਾਈ ਦਿੱਤੀ ਸੀਗੀ, ਮੈਂ ਉਹੀ ਔਰਤ ਹਾਂ ਜਿਹਦੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਸੀ। ਸੋ ਉਹਨੂੰ ਦੱਸਦੀ ਆ ਆਪਣੇ ਬਾਰੇ, ਮੈਂ ਇਸ ਮੁੰਡੇ ਲਈ ਬੇਨਤੀ ਕੀਤੀ ਸੀ, ਸੋ ਯਹੋਵਾ ਨੇ ਮੇਰੀ ਅਰਜ਼ੋਈ ਨੂੰ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕੀਤੀ। ਬਹੁਤ ਵਾਰੀ ਅਸੀਂ ਵੀ ਆਪਣੇ ਪਾਸਟਰਾਂ ਕੋਲ ਪ੍ਰਾਰਥਨਾ ਕਰਾਉਂਦੇ, ਆਪਣੇ ਭੈਣਾਂ ਭਰਾਵਾਂ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਤੇ ਕੋਈ ਚੀਜ਼ਾਂ ਮੰਗਦੇ ਹਾਂ ਤੇ ਉਹ ਸਾਡੀਆਂ ਵੀ ਪੂਰੀਆਂ ਕਰ ਦਿੰਦਾ ਹੈ। ਪਰ ਕਈ ਵਾਰੀ ਅਸੀਂ ਵਾਅਦੇ ਵੀ ਕਰ ਦਿੰਦੇ ਹਾਂ ਕਿ ਅਸੀਂ ਉਹ ਵਾਅਦੇ ਪੂਰੇ ਕਰਦੇ। ਮੈਂ ਇੱਕ ਐਗਜ਼ਾਮਪਲ ਦੇ ਸਕਦੀ ਹਾਂ। ਕਈ ਵਾਰੀ ਆਪਾਂ ਕਹਿੰਦੇ, ਇਹ ਪਿਤਾ ਜੇ ਤੂੰ ਆ ਮੈਨੂੰ ਜੌਬ ਦੇਤੀ, ਜਾਂ ਤੁਸੀਂ ਮੇਰਾ ਆਹ ਕੰਮ ਸਹੀ ਕਰ ਦਿੱਤਾ, ਮੇਰੇ ਪਰਿਵਾਰ ਨੂੰ ਇੱਦਾਂ ਕਰ ਦਿੱਤਾ, ਮੈਨੂੰ ਇਸ ਖਤਰੇ ਤੋਂ ਬਚਾ ਲਿਆ, ਤਾਂ ਮੈਂ ਤੇਰੇ ਨਾਲ ਵਾਅਦਾ ਕਰਦੀ ਮੈਂ ਤੇਰੇ ਘਰ ਵਿੱਚ ਆਇਆ ਕਰੂੰਗੀ, ਮੈਂ ਤੇਰੇ ਨਾਲ ਸਦਾ ਵਚਨ ਪੜਿਆ ਕਰੂੰਗੀ, ਮੈਂ ਤੇਰੇ ਆਖੇ ਲੱਗੂੰਗੀ। ਕਿ ਅਸੀਂ ਉਹ ਵਚਨ ਪੂਰਾ ਕਰਦੇ ਹਾਂ? ਇਸ ਹਨਾ ਨੇ ਉਹ ਵਚਨ ਪੂਰਾ ਕਰਨ ਲਈ ਇੱਥੇ ਆ ਗਈ ਹੈ ਤੇ ਐਲੀ ਨੂੰ ਵਿਟਨੈਸ ਵੀ ਬਣਾ ਲਿਆ ਹੈ ਕਿ ਚੇਤਾ ਕਰ ਜਦੋਂ ਮੈਂ ਆਈ ਸੀ। ਹੋ ਸਕਦਾ ਐਲੀ ਨੂੰ ਚੇਤਾ ਹੀ ਨਾ ਹੋਵੇ ਵੀ ਉਹਨੇ ਵਾਅਦਾ ਕੀਤਾ ਸੀਗਾ, ਹੋ ਸਕਦਾ ਪਾਸਟਰ ਨੂੰ ਚੇਤਾ ਹੀ ਨਾ ਹੋਵੇ, ਹੋ ਸਕਦਾ ਉਹਨਾਂ ਭੈਣ ਭਰਾਵਾਂ ਨਾਲ ਰਲ ਕੇ ਜਿਨ੍ਹਾਂ ਨਾਲ ਤੁਸੀਂ ਵਾਅਦਾ ਕੀਤਾ ਉਹਨਾਂ ਨੂੰ ਚੇਤਾ ਨਾ ਹੋਵੇ, ਪਰ ਤੁਹਾਨੂੰ ਚੇਤਾ ਹੋਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਨੂੰ ਚੇਤਾ ਨਹੀਂ ਭੁੱਲਣਾ। ਜੋ ਵੀ ਤੁਸੀਂ ਸੁੱਖਾਂ ਸੁੱਖੀਆਂ, ਤਾਂ ਹੀ ਅਸੀਂ ਆਪਾਂ ਕਹਿੰਦੇ ਆ ਜੇ ਸੁੱਖ ਸੁੱਖਣੀ ਆ ਤਾਂ ਪੂਰੀ ਵੀ ਕਰਨੀ ਹੈ, ਨਹੀਂ ਤਾਂ ਬਚਨ ਕਹਿੰਦਾ ਹਾਂ ਦੀ ਹਾਂ ਤੇ ਨਹੀਂ ਦੀ ਨਾ ਰੱਖੋ। ਆਮੇਨ। ਸੋ ਆਪਾਂ ਨੂੰ ਚੋਣ ਕਰਨੀ ਪੈਣੀ ਆ ਕਿ ਜਿਹੜੇ ਅਸੀਂ ਵਾਅਦੇ ਕਰਦੇ ਆ ਉਹ ਪੂਰੇ ਕਰਨੇ ਆ। ਹੰਨਾ ਨੇ ਕੀ ਕੀਤਾ? ਪੂਰਾ ਕੀਤਾ। ਇਸ ਲਈ ਮੈਂ ਇਸ ਮੁੰਡੇ ਨੂੰ ਲਈ ਬੇਨਤੀ ਕੀਤੀ ਸੀ, ਸੋ ਯਹੋਵਾ ਨੇ ਮੇਰੀ ਅਰਜ਼ੋਈ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕਰ ਦਿੱਤੀ ਆ, ਮੇਰੀ ਅਰਦਾਸ ਸੁਣ ਲਈ ਆ ਤੇ ਪਰਮੇਸ਼ਰ ਨੇ ਆਪਣਾ ਪਾਠ ਵੀ ਪੂਰਾ ਕਰ ਦਿੱਤਾ ਹੈ। ਤੇ ਹੁਣ 28ਵੀਂ ਆਇਤ ਵਿੱਚ ਕਹਿੰਦੀ, ਇਸ ਲਈ ਮੈਂ ਵੀ ਇਹ ਯਹੋਵਾ ਨੂੰ ਦੇ ਦਿੱਤਾ ਹੈ, ਜਿੰਨਾ ਚਿਰ ਉਹ ਜਿਉਂਦਾ ਹੈ ਯਹੋਵਾ ਦਾ ਦਿੱਤਾ ਹੋਇਆ ਰਹੇ। ਅਤੇ ਉਸਨੇ ਯਹੋਵਾ ਨੂੰ ਉੱਥੇ ਮੱਥਾ ਟੇਕਿਆ। ਉਹਨੇ ਇਕੱਲੇ ਇੱਕ ਬਲਦ ਦੀ ਜਾਂ
ਪੈਸਿਆਂ ਦੀ ਭੇਟ ਕੱਲੀ ਨਹੀਂ ਚੜਾਈ। ਬਹੁਤ ਵਾਰੀ ਲੋਕੀ ਕਹਿੰਦੇ ਆ ਚੰਦਾ ਭੇਜ ਦੇਵਾਂਗੇ ਕਿਸੇ ਦੇ ਕੋਲ। ਪਰਮੇਸ਼ਰ ਕੱਲਾ ਚੰਦਾ ਨਹੀਂ ਚਾਹੁੰਦਾ। ਪਰਮੇਸ਼ਰ ਸਾਡੇ ਵਾਅਦੇ ਜਿਹੜੇ ਅਸੀਂ ਸਹੀ ਚੋਣਾਂ ਕੀਤੀਆਂ, ਵਾਅਦੇ ਉਹਨਾਂ ਨਾਲ ਕੀਤੇ ਆ, ਉਹਨੂੰ ਵੀ ਪੂਰਾ ਕਰਨ ਦੀ ਚੋਣ ਕਹਿੰਦਾ ਪੂਰੀ ਕਰੋ। ਜਿਹੜੇ ਵੀ ਵਾਅਦੇ ਕੀਤੇ ਆ। ਤੇ ਇਸ ਔਰਤ ਨੇ, ਹਨਾ ਨੇ, ਯਹੋਵਾ ਨੂੰ ਆਪਣਾ ਮੁੰਡਾ ਦੇ ਦਿੱਤਾ। ਥੋੜਾ ਚਿਰ ਇਹਦੇ ਬਾਰੇ ਸੋਚ ਕੇ ਦੇਖੋ ਕਿ ਕੀ ਉਹਦੇ ਲਈ ਇਹ ਸੌਖੀ ਗੱਲ ਸੀਗੀ। ਆਪਾਂ ਕਹਿੰਦੇ ਹੁੰਦੇ ਭੈਣ ਜੀ, ਭਾਜੀ, ਤੁਹਾਨੂੰ ਪਤਾ ਨਹੀਂ ਮੈਂ ਕਿੱਦਾਂ ਦੇ ਹਾਲਾਤਾਂ, ਮੈਂ ਚਾਹੁੰਦਾ ਆ, ਪਰ ਮੈਂ ਮਜਬੂਰ ਹਾਂ। ਕਿ ਇਹ ਔਰਤ ਮਜਬੂਰ ਨਹੀਂ ਸੀ, ਜਿਹਦੇ ਕੋਲ ਕੋਈ ਔਲਾਦ ਨਹੀਂ ਸੀਗੀ, ਤੜਫ ਕੇ ਔਲਾਦ ਲਈ ਸੀ, ਤੇ ਹਾਲੇ ਗਾਹਾਂ ਕੋਈ ਹੋਰ ਔਲਾਦ ਹੈ ਨਹੀਂ ਸੀਗੀ ਜਿਹਨੂੰ ਇਹ ਕਹਿ ਸਕੇ। ਇਹਨੂੰ ਪਤਾ ਨਹੀਂ ਸੀ ਹੋਰ ਬੇਬੀ ਹੋ ਸਕਦਾ ਜਾਂ ਨਹੀਂ ਹੋ ਸਕਦਾ। ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਸਾਡੇ ਹਾਲਾਤ ਬਦਲਨੇ ਜਾਂ ਨਹੀਂ ਬਦਲਨੇ। ਹਨਾ ਨੂੰ ਵੀ ਨਹੀਂ ਪਤਾ ਸੀ ਕੀ ਹੋਣਾ ਹੈਗਾ, ਪਰ ਹਨਾ ਨੇ ਜਿੱਥੇ ਤੱਕ ਪਹੁੰਚੀ ਸੀ ਉੱਥੇ ਤੱਕ ਵਫਾਦਾਰੀ ਦਾ ਚੋਣ ਕਰ ਲਈ, ਫੇਥਫੁਲ ਰਹਿ ਲਈ। ਜਿਹੜਾ ਵਾਅਦਾ ਉਹਦੇ ਨਾਲ ਕੀਤਾ ਸੀ, ਪਰਮੇਸ਼ਰ ਜੇ ਤੂੰ ਮੈਨੂੰ ਆਪਣਾ ਪੁੱਤ ਦੇਵੇਂ ਤਾਂ ਮੈਂ ਉਹਨੂੰ ਤੇਰੇ ਘਰ ਦੇ ਵਿੱਚ ਲੈ ਕੇ ਆਉਂਗੀ, ਸਦਾ ਲਈ ਤੇਰੇ ਘਰ ਦੇ ਵਿੱਚ ਉਹ ਸੇਵਾ ਕਰੂਗਾ। ਤੇ ਅੱਜ ਉਹਨੇ ਉਹ ਚੋਣ ਕਰ ਲਈ ਮੁੜ ਕੇ। ਪਹਿਲਾਂ ਉਹਨੇ ਚੋਣ ਕੀਤੀ ਸੀ ਪਿਤਾ ਦੇ ਕੋਲ ਮੰਗਣ ਦੀ, ਅੱਜ ਉਹਨੇ ਚੋਣ ਕੀਤੀ ਆ ਕਿ ਉਹਦੇ ਘਰ ਦੇ ਵਿੱਚ ਉਸ ਮੁੰਡੇ ਨੂੰ ਲੈ ਕੇ ਆਵੇ। ਕੋਈ ਉਹਦੇ ਕੋਲੋਂ ਮੰਗਣ ਨਹੀਂ ਗਿਆ ਸੀ। ਉਹ ਜਿਹੜਾ ਐਲੀ ਸੀ ਉਹਦੇ ਕੋਲ ਆਇਆ ਨਹੀਂ ਸੀ ਉਹਨੂੰ ਚੇਤਾ ਕਰਾਉਣ, ਪਰ ਉਹ ਐਲੀ ਦੇ ਕੋਲ ਆਈ ਪਰਮੇਸ਼ਰ ਦੇ ਘਰ ਦੇ ਵਿੱਚ ਆਪਣਾ ਵਾਅਦਾ ਪੂਰਾ ਕਰਨ। ਉਹਨੇ ਚੋਣ ਕੀਤੀ ਐਲੀ ਨੂੰ ਦੱਸਣ ਵਾਸਤੇ। ਉਹਨੇ ਚੋਣ ਕੀਤੀ ਹੈ ਨਾ ਨੇ ਕਿ ਮੈਂ ਇਸ ਮੁੰਡੇ ਨੂੰ ਪਰਮੇਸ਼ਰ ਦੇ ਅੱਗੇ ਚੜਾ ਦੇਣਾ ਹੈ। ਆਮੇਨ। ਜਦੋਂ ਅਸੀਂ ਚੋਣ ਸਹੀ ਕਰਦੇ ਆ, ਜੋ ਵਾਅਦਾ ਕਰਦੇ ਆ ਉਹ ਕਰਦੇ ਆ, ਤੇ ਕੀ ਪਿਤਾ ਸਾਡੇ ਲਈ ਕੁਛ ਕਰੂਗਾ ਜਾਂ ਨਹੀਂ? ਇਹ ਚੰਗੀ ਚੋਣ ਸੀਗੀ? ਇਹ ਤੁਸੀਂ ਫੈਸਲਾ ਕਰਨਾ ਹੈ ਕਿ ਜਿਹੜਾ ਉਹਨੇ ਵਾਅਦਾ ਕੀਤਾ ਉਹ ਪਰਮੇਸ਼ਰ ਦੇ ਮੂਹਰੇ ਉਹਨੇ ਪੂਰਾ ਕਰ ਲਿਆ, ਕਿ ਇਹ ਚੰਗੀ ਚੋਣ ਸੀ ਜਾਂ ਨਹੀਂ। ਕਿਉਂਕਿ ਆਪਾਂ ਬਹੁਤ ਵਾਰੀ ਐਕਸਕਿਊਜ਼ ਬਣਾ ਲੈਂਦੇ ਆ, ਜੇ ਮੈਂ ਨਾ ਗਈ ਮੈਨੂੰ ਤਾਂ ਕੰਮ ਤੇ ਜਾਣਾ ਪੈਣਾ, ਨਹੀਂ ਤਾਂ ਮੈਨੂੰ ਸੈਕ ਮਿਲ ਜਾਣੀ ਆ, ਮੈਨੂੰ ਤਾਂ ਨਿਆਣਿਆਂ ਦੇ ਨਾਲ ਆ ਕਰਨਾ ਪੈਣਾ, ਨਹੀਂ ਤਾਂ ਮੈਨੂੰ ਏਦਾਂ ਹੋ ਜਾਣਾ। ਪਰ ਉਸੇ ਹੀ ਤਾਂ ਪਰਮੇਸ਼ਰ ਨੇ ਸਾਨੂੰ ਸਹੀ ਜੌਬ ਦਿੱਤੀ ਆ, ਉਸੇ ਹੀ ਤਾਂ ਪਰਮੇਸ਼ਰ ਨੇ ਸਾਨੂੰ ਬੱਚੇ ਦਿੱਤੇ ਆ, ਉਸੇ ਤਾਂ ਪਰਮੇਸ਼ਰ ਨੇ ਸਾਨੂੰ ਹੋਰ ਬਰਕਤਾਂ ਦਿੱਤੀਆਂ ਜਿਹੜੀਆਂ ਅਸੀਂ ਉਹਦੇ ਕੋਲ ਮੰਗੀਆਂ। ਤੇ ਫਿਰ ਅਸੀਂ ਉਹਨਾਂ ਲੋਕਾਂ ਕੋਲੋਂ ਕਿਉਂ ਡਰਦੇ ਆ? ਕਿਉਂ ਨਹੀਂ ਪਰਮੇਸ਼ਰ ਦੇ ਮੂਹਰੇ ਸਹੀ ਚੋਣ ਕਰਨੀ? ਕਿਉਂਕਿ ਪਰਮੇਸ਼ਰ ਕਹਿੰਦਾ ਜਿੱਥੇ ਤੁਸੀਂ ਕਮਜ਼ੋਰ ਹੋ ਮੈਂ ਤੁਹਾਨੂੰ ਬਲ ਦੇ ਦੂੰਗਾ। ਪਰ ਸਾਨੂੰ ਸਟੈਂਡ ਲੈਣਾ ਪੈਣਾ ਆ, ਸਾਨੂੰ ਆਪਣੇ ਵਾਅਦੇ ਦੇ ਉੱਤੇ ਪੱਕੇ ਰਹਿਣਾ ਪੈਣਾ। ਇਕੱਲੇ ਪਰਮੇਸ਼ਰ ਦੇ ਨਾਲ ਹੀ ਨਹੀਂ, ਕਈ ਵਾਰੀ ਅਸੀਂ ਇੱਕ ਦੂਏ ਦੇ ਨਾਲ ਵੀ ਵਾਅਦੇ ਕਰਦੇ ਆ, ਪਰ ਉੱਥੇ ਥੋੜੀ ਜਿਹੀ ਕੋਈ ਅੜਿੱਕੀ ਆ ਜਾਂਦੀ ਆ। ਕਈ ਵਾਰੀ ਮੈਂ ਦੇਖਦੀ ਆ, ਸੁਣਦੀ ਆ, ਤੁਸੀਂ ਵੀ ਉੱਥੇ ਹੀ ਆ, ਤੁਸੀਂ ਵੀ ਆਪ ਸੁਣਦੇ ਆ। ਉਹ ਜ਼ਰੂਰੀ ਨਹੀਂ ਹੁੰਦਾ ਉਸ ਵੇਲੇ ਉਹ ਸਾਰਾ ਕੰਮ ਕਰਨਾ, ਉਹ ਮਗਰੋਂ ਵੀ ਹੋ ਸਕਦਾ, ਪਰ ਅਸੀਂ ਅੜਿੱਕਾ ਬਣਾ ਕੇ ਉਹਦਾ ਫੈਸਲਾ ਉਹਦੀ ਰੋਂਗ ਚੋਣ ਕਰ ਲੈਂਦੇ ਆ, ਤੇ ਦੂਜਿਆਂ ਨੂੰ ਵੀ ਲੈਟ ਡਾਊਨ ਕਰਦੇ ਆ ਜਿਹੜੀ ਤੁਹਾਡੀ ਅੜੀਕ ਦੇ ਵਿੱਚ ਹੁੰਦੇ ਆ। ਸੋ ਚੋਣ ਆਪਣੀ ਹੁੰਦੀ ਆ, ਤੇ ਉਹਨੇ ਇਹਦਾ ਵਾਅਦਾ ਪੂਰਾ ਕੀਤਾ। ਤੇ 1 ਸੈਮੂਅਲ 1:11 ਦੇ ਵਿੱਚ ਲਿਖਿਆ, ਜੇਕਰ ਪਿਤਾ ਤੂੰ ਮੇਰੇ ਦੁੱਖ ਵੱਲ ਧਿਆਨ ਕਰੇ ਤੇ ਮੈਨੂੰ ਪੁੱਤਰ ਦੇਵੇਂ ਤਾਂ ਮੈਂ ਵੀ ਉਸ ਨੂੰ ਤੇਰੇ ਲਈ ਦੇ ਦੇਵਾਂਗੀ ਜਿੰਨਾ ਚਿਰ ਉਹ ਜਿਉਂਦਾ ਹੈ। ਇਹ ਉਹਨੇ ਪਹਿਲਾਂ ਵਾਅਦਾ ਕੀਤਾ ਸੀ। ਅੱਜ ਤੁਸੀਂ ਪਰਮੇਸ਼ਰ ਦੇ ਨਾਲ, ਮੈਂ ਅੱਜ ਪਰਮੇਸ਼ਰ ਦੇ ਨਾਲ ਕਿਹੜਾ ਵਾਅਦਾ ਕੀਤਾ ਆ ਜਿਹੜਾ ਅਸੀਂ ਪੂਰਾ ਨਹੀਂ ਕੀਤਾ? ਅੱਜ ਵੀ ਅਸੀਂ ਉਹਦੇ ਨਾਲ ਪੂਰਾ ਕਰ ਸਕਦੇ ਹਾਂ, ਅੱਜ ਵੀ ਉਹਦੇ ਵੱਲ ਨੂੰ ਮੁੜ ਸਕਦੇ ਹਾਂ। ਵੱਡਾ ਔਖਾ ਸੀ ਇਸ ਮਾਂ ਲਈ, ਹੋਰ ਬੱਚਾ ਹੈ ਨਹੀਂ ਸੀ, ਪਰ ਫੇਰ ਵੀ ਇਹਨੇ ਉਹ ਸਹੀ ਫੈਸਲਾ ਕਰਕੇ, ਸਹੀ ਚੋਣ ਕਰਕੇ ਆਪਣਾ ਬੱਚਾ ਐਲੀ ਦੇ ਕੋਲ ਆ ਕੇ ਗਵਾਹੀ ਦੇ ਕੇ ਤਾਂ ਦੇ ਦਿੱਤੀ। ਆਮੇਨ। ਤੇ ਅਲਕਨਾ ਰਾਮਾ ਵੱਲ ਆਪਣੇ ਘਰ ਗਿਆ ਅਤੇ ਉਹ ਮੁੰਡਾ ਐਲੀ ਜਾਜਕ ਦੇ ਅੱਗੇ ਯਹੋਵਾ ਦੀ ਸੇਵਾ ਕਰਦਾ ਰਿਹਾ। ਇੱਥੇ ਲਿਖਿਆ 1 ਸੈਮੂਅਲ 2:11 ਦੇ ਵਿੱਚ। ਹੁਣ ਉਹ ਸਾਰਾ ਪਰਿਵਾਰ ਮੁੜ ਕੇ ਚਲ ਗਿਆ ਤੇ ਮੁੰਡਾ ਉੱਥੇ ਸੇਵਾ ਕਰਨ ਲੱਗ ਪਿਆ। ਮੈਂ ਬੜੀ ਹੈਰਾਨ ਹੋਈ ਜਦੋਂ ਮੈਂ ਇਹਨੂੰ ਸਟੱਡੀ ਕਰਦੀ ਸੀ। ਉਹ ਮੁੰਡਾ ਜਿਹੜਾ ਸੈਮੂਅਲ ਸੀ, ਐਲੀ ਜਾਜਕ ਦੇ ਅੱਗੇ ਯਹੋਵਾ ਦੀ ਸੇਵਾ ਕਰਦਾ ਰਿਹਾ। ਜੇ ਸੋਚ ਕੇ ਦੇਖੋ, ਥੋੜੇ ਚੱਲੇ ਆਪਾਂ ਦੇਖਿਆ ਉਹ ਕਹਿੰਦੀ ਮੈਂ ਜਿੰਨਾ ਚਿਰ ਦੁੱਧ ਨਹੀਂ ਛਰਾਉਂਦੀ ਉਨਾ ਚਿਰ ਮੈਂ ਇਹਨੂੰ ਆਪਣੇ ਕੋਲ ਰੱਖੂੰਗੀ, ਜਦੋਂ ਛਰਾਤਾ ਮੈਂ ਲੈ ਜਾਊਂਗੀ। ਤੇ ਇਹਦਾ ਮਤਲਬ ਮੈਂ ਸਮਝਦੀ ਹਾਂ ਜ਼ਿਆਦਾ ਵੱਡਾ ਨਹੀਂ ਹੋਣਾ, ਪਰ ਬਾਈਬਲ ਇਹਦਾ ਜ਼ਿਕਰ ਨਹੀਂ ਕਰਦੀ ਉਹ ਕਿੰਨੀ ਕੁ ਉਮਰ ਦਾ ਸੀਗਾ।
ਪਰ ਜੇ ਉਹ ਇੰਨਾ ਹੀ ਛੋਟਾ ਸੀਗਾ ਬੱਚਾ ਹਾਲੇ, ਤਾਂ ਕਿਹੜੀ ਪ੍ਰਭੂ ਦੀ ਸੇਵਾ ਕਰਦਾ ਸੀਗਾ? ਆਪਾਂ ਕਿਹੜੀ ਚੀਜ਼ ਨੂੰ ਪ੍ਰਭੂ ਦੀ ਸੇਵਾ ਸਮਝਦੇ ਹਾਂ? ਬਹੁਤ ਵਾਰੀ ਲੋਕ ਆਪਣੀ ਫੇਮਸ ਨੂੰ ਪ੍ਰਭੂ ਦੀ ਸੇਵਾ ਸਮਝਦੇ ਆ ਕਿ ਜੇ ਮੈਂ ਮੂਹਰੇ ਹੋ ਕੇ ਕੰਮ ਕੀਤਾ ਤੇ ਮੇਰੀ ਪ੍ਰਭੂ ਦੀ ਸੇਵਾ ਹੈ। ਪਰ ਇਸ ਮੁੰਡੇ ਨੂੰ ਤਾਂ ਹਾਲੇ ਮੇਰੇ ਖਿਆਲ ਪੜ੍ਹਨਾ ਲਿਖਣਾ ਹੀ ਨਹੀਂ ਆਇਆ। ਇਸ ਮੁੰਡੇ ਨੂੰ ਤਾਂ ਹਾਲੇ ਕੋਈ ਪਤਾ ਨਹੀਂ ਸੀਗਾ। ਪਰ ਐਲੀ ਦੇ ਅੱਗੇ, ਐਲੀ ਜਾਜਕ ਦੇ ਅੱਗੇ ਯਹੋਵਾ ਦੀ ਸੇਵਾ ਕਰਦਾ ਰਿਹਾ। ਯਹੋਵਾ ਦੀ ਤਾਂ ਸੇਵਾ ਕਰਦਾ ਸੀ, ਪਰ ਐਲੀ ਜਾਜਕ ਦੇ ਅੱਗੇ। ਆਮੇਨ। ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਉਹਦਾ ਜਾਜਕ ਸੀ, ਐਲੀ ਸੀਗਾ, ਉਹਦੇ ਅੰਡਰ ਰਹਿੰਦਾ ਸੀਗਾ। ਜੇ ਉਹ ਹੋ ਸਕਦਾ ਉਹ ਕਹਿੰਦਾ ਹੋਵੇ, ਸੈਮੀਆ ਬੂਹਾ ਬੰਦ ਕਰਿਆ, ਡੋਰ ਸ਼ਟ ਕਰ ਦੇ, ਤੋ ਕਰਕੇ ਆਉਂਦਾ ਹੋਣਾ। ਇਹ ਉਹਦੀ ਸੇਵਾ ਸੀ। ਜੇ ਉਹ ਕਹਿੰਦਾ ਹੋਊਗਾ ਆ ਮੈਂ ਚਾਹ ਪੀ ਕੇ ਹਟਿਆ, ਕਰਕੇ ਤੂੰ ਚਾਹ ਦਾ ਕੱਪ ਉੱਥੇ ਰੱਖਿਆ, ਪਾਣੀ ਦਾ ਗਲਾਸ ਉੱਥੇ ਰੱਖਿਆ, ਮੇਰੀ ਬੈੱਡ ਵਿਛਾ ਦੇ। ਮੈਨੂੰ ਲੱਗਦਾ ਨਹੀਂ ਵੀ ਇੰਨੇ ਛੋਟੇ ਮੁੰਡੇ ਨੂੰ ਬੈੱਡ ਵੀ ਵਿਛਾਉਣੇ ਆਉਂਦੇ ਹੋਣ, ਪਰ ਮੈਨੂੰ ਪਤਾ ਨਹੀਂ ਕਿਹੜੀ ਸੇਵਾ ਕਰਦਾ ਸੀ ਇਸ ਛੋਟੀ ਉਮਰ ਦੇ ਵਿੱਚ। ਸੋ ਮੈਨੂੰ ਇੱਥੇ ਇਦਾਂ ਲੱਗਦਾ, ਜੇ ਅਸੀਂ ਫੇਥਫੁਲ ਹਾਂ, ਅਸੀਂ ਆਪਣੇ ਐਲੀ ਦੇ ਜਾਜਕ ਦੇ ਅੱਗੇ ਵਫਾਦਾਰ ਹਾਂ, ਤਾਂ ਅਸੀਂ ਪ੍ਰਭੂ ਦੀ ਸੇਵਾ ਕਰਦੇ ਹਾਂ, ਚਾਹੇ ਜਿਹੜਾ ਮਰਜ਼ੀ ਕੰਮ ਹੋਵੇ। ਪਰ ਆਪਾਂ ਆਪਣੇ ਚਾਰ ਚੁਫੇਰੇ ਦੇਖ ਸਕਦੇ ਹਾਂ, ਬਹੁਤ ਲੋਕ ਇਸ ਸੇਵਾ ਤੋਂ ਖੁੰਝ ਕੇ ਕਹਿੰਦੇ ਅਸੀਂ ਪ੍ਰਭੂ ਦੀ ਸੇਵਾ ਕਰਦੇ ਹਾਂ, ਪਰ ਜੇ ਉਹਨਾਂ ਨੂੰ ਕੋਈ ਉਸ ਅਹੁਦੇ ਤੋਂ ਥੱਲੇ ਕੋਈ ਜੌਬ ਦੇ ਦੇਵੇ ਤਾਂ ਉਹ ਕਹਿੰਦੇ ਸਾਡਾ ਤਾਂ, ਜੇ ਅਸੀਂ ਇੱਥੇ ਗਾਹਾਂ ਨਹੀਂ ਵੱਧ ਸਕਦੇ। ਤੁਸੀਂ ਗਾਹਾਂ ਕਿੱਥੇ ਨੂੰ ਵਧਣਾ ਆ? ਪਰਮੇਸ਼ਰ ਦੇ ਆਖੇ ਲੱਗਣਾ ਆ। ਇਹ ਚੋਣ ਅਸੀਂ ਕਰਨੀ ਆ, ਸਾਡੇ ਕੰਮਾਂ ਦੇ ਨਾਲ ਨਹੀਂ, ਪ੍ਰਭੂ ਦੇ ਆਖੇ ਲੱਗਣਾ। ਇਹ ਐਲੀ ਦੇ ਆਖੇ ਲੱਗਦਾ ਸੀਗਾ ਤੇ ਯਹੋਵਾ ਦੀ ਸੇਵਾ ਕਰਦਾ ਸੀਗਾ। ਜੇ ਅਸੀਂ ਅੱਜ ਆਪਣੇ ਮਾਪੇ ਦੇ ਆਖੇ ਨਹੀਂ ਲੱਗਦੇ ਤਾਂ ਅਸੀਂ ਕਿਹੜੀ ਪ੍ਰਭੂ ਦੀ ਸੇਵਾ ਕਰਨੀ ਹੈ? ਜੇ ਅਸੀਂ ਆਪਣੇ ਪਤੀ ਪਤਨੀ ਨਾਲ ਪਿਆਰ ਨਹੀਂ ਕਰਦੇ ਤੇ ਕਿਹੜੀ ਸੇਵਾ ਕਰਨੀ ਹੈ? ਜੇ ਅਸੀਂ ਆਪਣੇ ਲੀਡਰਾਂ ਦੇ ਅਧੀਨ ਨਹੀਂ ਰਹਿੰਦੇ, ਜਦੋਂ ਉਹਨਾਂ ਨੂੰ ਚਾਹੀਦੇ ਆ ਤੁਸੀਂ ਉੱਥੇ ਨਹੀਂ ਹੈਗੇ, ਤਾਂ ਤੁਸੀਂ ਕਿਹੜੀ ਸੇਵਾ ਦੀ ਗੱਲ ਕਰਦੇ? ਕਿ ਸਟੇਜ ਦੇ ਉੱਤੇ, ਟੈਲੀ ਦੇ ਉੱਤੇ, ਇਹਨਾਂ ਚੀਜ਼ਾਂ ਦੇ ਨਾਲ ਆਪਾਂ ਇਹਨੂੰ ਸੇਵਾ ਕਹਿੰਦੇ ਹਾਂ? ਸੇਵਾ ਹੋਆ ਜਿੱਥੇ ਪ੍ਰਭੂ ਨੇ ਤੁਹਾਨੂੰ ਜਿਹੜੀ ਮਰਜ਼ੀ ਉਮਰ 'ਚ ਰੱਖਿਆ ਹੈ, ਜਿਹੜਾ ਮਰਜ਼ੀ ਅਹੁਦਾ ਦਿੱਤਾ ਹੈ, ਉਹਨੇ ਉੱਚਾ ਕਰ ਲੈਣਾ ਹੈ। ਇਸ ਜਿਹੜਾ ਇਹ ਸੀਗਾ, ਬਹੁਤ ਵਾਰੀ ਜੇ ਤੁਸੀਂ ਆ 2-3 ਹੀ ਚੈਪਟਰ ਪੜ੍ਹੇ, ਬਹੁਤ ਵਾਰੀ ਆਉਂਦਾ ਆ ਕਿ ਉਹ ਮੁੰਡਾ ਅੱਗੇ ਵੱਧਦਾ ਗਿਆ ਤੇ ਪ੍ਰਭੂ ਦੀ ਸੇਵਾ ਕਰਦਾ ਰਿਹਾ। ਇੰਨੀ ਛੋਟੀ ਉਮਰ ਦੇ ਵਿੱਚ ਪ੍ਰਭੂ ਦੀ ਕਿਹੜੀ ਸੇਵਾ ਕਰਦਾ ਸੀ? ਪ੍ਰਚਾਰ ਨਹੀਂ ਕਰ ਰਿਹਾ ਸੀਗਾ, ਧੂਪ ਨਹੀਂ ਧੁਕਾਉਂਦਾ ਸੀਗਾ, ਹੋ ਸਕਦਾ ਭਾਂਡੇ ਧੋਂਦਾ ਹੋਵੇ, ਹੋ ਸਕਦਾ ਸਫਾਈਆਂ ਕਰਦਾ ਹੋਵੇ, ਪਰ ਪਰਮੇਸ਼ਰ ਨੇ ਗਾਹਾਂ ਜਾ ਕੇ ਆਪਾਂ ਦੇਖਾਂਗੇ ਉਹਦੀਆਂ ਇਸ ਚੋਣਾਂ ਦੇ ਨਾਲ, ਇਸ ਫੇਥਫੁਲ ਦੇ ਨਾਲ, ਐਲੀ ਦੇ ਆਖੇ ਲੱਗਣ ਦੀ ਚੋਣ ਕਰਕੇ ਪ੍ਰਭੂ ਨੇ ਉਹਨੂੰ ਕਿੱਥੇ ਤੱਕ ਲੈ ਜਾਂਦਾ। ਸੋ ਆਪਾਂ ਨੂੰ ਵੀ ਸਹੀ ਚੋਣਾਂ ਕਰਨ ਦੀ ਲੋੜ ਹੈ। ਸਾਨੂੰ ਵੀ ਆਪਣੇ ਮਾਂ-ਬਾਪ ਨੂੰ ਆਨਰ ਕਰਨ ਦੀ ਲੋੜ ਆ। ਇਹ ਚੋਣ ਆ ਸਾਡੀ। ਸਾਨੂੰ ਇੱਕ ਦੂਜੇ ਦੇ ਨਾਲ ਧੀਰਜ ਰੱਖਣ ਦੀ ਲੋੜ ਆ। ਇਹ ਸਾਡੀ ਚੋਣ ਆ। ਸਾਨੂੰ ਇੱਕ ਦੂਜੇ ਨੂੰ ਮਾਫ ਕਰਨ ਦੀ ਲੋੜ ਆ। ਜਿੱਦਾਂ ਹਨਾ ਨੇ ਆਪਣੇ ਹਸਬੈਂਡ ਨੂੰ ਮਾਫ ਕਰ ਦਿੱਤਾ, ਉਹਨੇ ਕਿਹਾ ਨਹੀਂ ਆਪਣੀ ਉਸ ਔਰਤ ਨੂੰ ਛੱਡ ਦੇ, ਧੀਰਜ ਕੀਤਾ, ਪਰਮੇਸ਼ਰ ਵੱਲ ਨੂੰ ਮੁੜਿਆ। ਅੱਜ ਅਸੀਂ ਵੀ ਲੋਕਾਂ ਵੱਲ ਨੂੰ ਨਹੀਂ, ਪਰਮੇਸ਼ਰ ਵੱਲ ਨੂੰ ਮੁੜਨਾ ਹੈ। ਪਰ ਜਿਹੜੀ ਉਹਦੀ ਸੌਂਕਣ ਸੀਗੀ, ਉਹ ਉਹਨੂੰ ਬੜਾ ਤੰਗ ਕਰਦੀ ਸੀ। ਉਹਨੇ ਵੀ ਇਹ ਚੋਣ ਚੁਣੀ ਹੋਈ ਸੀ। ਉਹ ਵੀ ਕਹਿ ਸਕਦੀ ਕੋਈ ਨਹੀਂ, ਜਿਹੜੇ ਮੇਰੇ ਬੱਚੇ ਤੇਰੇ ਹੀ ਬੱਚੇ ਆ, ਫਿਰ ਕੀ ਹੋ ਗਿਆ? ਪਰ ਨਹੀਂ, ਉਹ ਤਾਂ ਉਹਨੂੰ ਕਹਿੰਦੇ ਹੁੰਦੇ ਛੇੜਦੀ ਹੁੰਦੀ ਸੀਗੀ। ਪਰ ਹਨਾ ਨੇ ਰਾਈਟ ਚੋਣ ਕਰ ਲਈ ਤੇ ਪਰਮੇਸ਼ਰ ਨੇ ਉਹਨੂੰ ਬਰਕਤ ਦਿੱਤੀ। ਸੋ ਜਦੋਂ ਉਹ ਘਰ ਨੂੰ ਮੁੜ ਕੇ ਚਲ ਜਾਂਦੇ ਆ ਤੇ ਫੇਰ ਆਉਂਦੇ ਆ, ਤੇ ਫਿਰ ਆਪਾਂ ਦੂਜਾ ਚੈਪਟਰ ਤੇ 20ਵੀਂ ਆਇਤ ਵਿੱਚ ਦੇਖਦੇ ਆ। ਸੋ ਐਲੀ ਨੇ ਅਲਕਨਾ ਅਤੇ ਉਹਦੀ ਪਤਨੀ ਨੂੰ ਅਸੀਸ ਦਿੱਤੀ। ਜਦੋਂ ਮੁੜ ਕੇ ਫੇਰ, ਮੈਨੂੰ ਨਹੀਂ ਪਤਾ ਕਿੰਨੇ ਚਿਰਾਂ ਬਾਅਦ ਆਏ ਸੀ, ਕਿਉਂਕਿ ਉੱਥੇ ਲਿਖਿਆ ਹੈ ਕਿ ਹਰੇਕ ਸਾਲ ਹੀ ਆਉਂਦੇ ਸੀ, ਪਰ ਜਦੋਂ ਮੁੜ ਕੇ ਫੇਰ ਆਏ, ਪਹਿਲਾਂ ਉਹ ਇਕੱਲੇ ਹੀ ਚਲ ਗਿਆ, ਉਦੋਂ ਨਹੀਂ ਅਸੀਸ ਦਿੱਤੀ, ਉਦਾਂ ਹੀ ਉਹ ਚਲ ਗਿਆ ਘਰ ਨੂੰ ਬੇਟੇ ਨੂੰ ਛੱਡ ਕੇ। ਪਰ ਹੁਣ ਜਦੋਂ ਮੁੜ ਕੇ ਆਉਂਦੇ ਆ ਤੇ ਉਹਦੀ ਪਤਨੀ ਨੂੰ ਅਸੀਸ ਦੇ ਕੇ ਕਿਹਾ, ਯਹੋਵਾ ਤੁਹਾਨੂੰ ਇਸ ਤੀਮੀ ਤੋਂ ਉਸ ਦੀ ਅਰਜ਼ੋਈ ਦੇ ਬਦਲੇ ਜੋ ਯਹੋਵਾ ਤੋਂ ਮੰਗੀ ਹੈ
ਅੰਸ਼ ਦੇਵੇ। ਸੋ ਉਹ ਆਪਣੇ ਘਰ ਗਏ। ਪਹਿਲੀ ਵਾਰੀ ਕਿਉਂ ਨਹੀਂ ਉਹਨੇ ਕੀਤਾ? ਹੋ ਸਕਦਾ ਪਰਮੇਸ਼ਰ ਦੇ ਆਤਮਾ ਨੇ ਉਹਦੀ ਅਗਵਾਈ ਨਹੀਂ ਕੀਤੀ, ਜਾਂ ਉਹਨਾਂ ਦੀ ਹਾਲੇ ਦੇਖਦਾ ਸੀ ਪ੍ਰਭੂ ਕਿ ਵੀ ਇਹ ਕੀ ਕਰਦੇ, ਸੱਚੀ ਮੇਰੇ ਲਈ ਬੱਚਾ ਛੱਡ ਸਕਦੇ ਆ। ਉਹ ਖੁਸ਼ੀ ਨਾਲ ਛੱਡ ਕੇ ਗਏ ਤੇ ਆਪਣੇ ਘਰ ਨੂੰ ਮੁੜ ਗਏ। ਪਰ ਜਦੋਂ ਫੇਰ ਪਰਮੇਸ਼ਰ ਦੇ ਅੱਗੇ ਦੁਹਾਈ ਦਿੱਤੀ, ਆ ਕੇ ਪਰਮੇਸ਼ਰ ਦੁਹਾਈ ਨਹੀਂ ਦਿੱਤੀ, ਫੇਰ ਪਰਮੇਸ਼ਰ ਦੇ ਅੱਗੇ ਸੁੱਖਾਂ ਦੀਆਂ ਭੇਟਾਂ ਲੈ ਕੇ ਆਏ। ਹੋ ਸਕਦਾ ਉਦੋਂ ਵੀ ਉਹ ਬੜ ਕਰ ਸਕਦੀ ਸੀ, ਉਹ ਵੀ ਚੋਣ ਕਰ ਸਕਦੀ ਸੀ ਕਿ ਮੈਂ ਤਾਂ ਤੈਨੂੰ ਹੁਣ ਪੁੱਤ ਵੀ ਦੇਤਾ, ਹੁਣ ਤੂੰ ਮੈਨੂੰ ਕੀ ਕਰਦਾ ਹੈ, ਹੁਣ ਕਿਉਂ ਨਹੀਂ ਹੋਰ ਦਿੰਦਾ? ਪਰ ਨਹੀਂ, ਉਹ ਮੁੜ ਕੇ ਫੇਰ ਉਹਦੇ ਘਰ ਵਿੱਚ ਆ ਗਏ। ਅਸੀਂ ਉਹਦੇ ਨਾਲ ਜੁੜੇ ਰਹਿਣਾ ਹੈ। ਇਹ ਸਹੀ ਚੋਣ ਆ ਸਾਡੇ ਵਾਸਤੇ। ਜਿਹੜੇ ਮਰਜ਼ੀ ਹਾਲਾਤ ਵਿੱਚ ਹੋਈਏ, ਜਦੋਂ ਅਸੀਂ ਉਹਦੇ ਵਿੱਚ ਜੁੜੇ ਰਹਿੰਦੇ ਹਾਂ ਤੇ ਪਰਮੇਸ਼ਰ ਰਾਹ ਬਣਾ ਦਿੰਦਾ ਹੈ। ਇੱਥੇ ਵੀ ਐਲੀ ਦੇ ਨਾਲ ਉਹਨੇ ਗੱਲ ਕੀਤੀ ਹੋਣੀ ਆ ਤੇ ਐਲੀ ਨੇ ਉਹਨਾਂ ਨੂੰ ਅਸੀਸ ਦਿੱਤੀ ਕਿ ਇਸ ਔਰਤ ਲਈ ਤੈਨੂੰ ਪ੍ਰਭੂ ਹੋਰ ਬੱਚੇ ਦੇਵੇ, ਹੋਰ ਇਹਦੀ ਕੁੱਖ ਨੂੰ ਖੋਲੇ। ਤਾਂ ਫਿਰ ਆਪਾਂ ਦੇਖਦੇ ਹਾਂ 2:21 ਦੇ ਵਿੱਚ, ਫਿਰ ਹਨਾ ਉੱਤੇ ਯਹੋਵਾ ਨੇ ਧਿਆਨ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਹਨੂੰ 3 ਪੁੱਤਰ ਅਤੇ 2 ਧੀਆਂ ਜੰਮੀਆਂ ਅਤੇ ਉਹ ਮੁੰਡਾ ਸੈਮੂਅਲ ਯਹੋਵਾ ਦੇ ਅੱਗੇ ਵੱਡਾ ਹੁੰਦਾ ਗਿਆ। ਉਹ ਸੈਮੂਅਲ ਜਿਹੜਾ ਸੀ ਉਹਨੂੰ ਮੁੜ ਕੇ ਨਹੀਂ ਉਹ ਲੈ ਕੇ ਗਏ, ਪਰ ਪਰਮੇਸ਼ਰ ਨੇ ਉਹਨਾਂ ਨੂੰ 3 ਪੁੱਤਰ ਤੇ 2 ਧੀਆਂ ਹੋਰ ਦੇ ਦਿੱਤੀਆਂ। ਇੱਕੋ ਹੀ ਮੁੰਡਾ ਬਲੀ ਕੀਤਾ ਸੀ, ਉਹਨੂੰ ਕਰਨ ਦੀ ਲੋੜ ਨਹੀਂ ਸੀਗੀ, ਪਰਮੇਸ਼ਰ ਦੇ ਘਰ ਲੈ ਕੇ ਆਉਣ ਦੀ ਲੋੜ ਨਹੀਂ ਸੀ, ਪਰ ਉਹਨੇ ਚੋਣ ਕੀਤੀ ਸੀ, ਉਹਨੇ ਵਾਅਦਾ ਕੀਤਾ ਸੀ ਪਰਮੇਸ਼ਰ ਨਾਲ ਤੇ ਉਹਨੇ ਆਪਣੇ ਵਾਅਦਾ ਪੂਰਾ ਕਰਨ ਦੀ ਵੀ ਚੋਣ ਕਰ ਦਿੱਤੀ। ਤੇ ਪਰਮੇਸ਼ਰ ਨੇ ਉਹਦੀ ਚੋਣ ਦੀ ਕਦਰ ਜਾਣੀ। ਉਹਨੇ ਜਾਣ ਲਿਆ ਕਿ ਇਹ ਮੇਰੇ ਵੱਲ ਨੂੰ ਬਾਰ-ਬਾਰ ਮੁੜਦੀ ਹੈ। ਉਹ ਅੱਕੇ ਨਹੀਂ, ਉਹ ਤੇ ਆਰਾਮਾ ਨਹੀਂ ਲੈ ਕੇ ਆਏ, ਪਰ ਉਹਨਾਂ ਨੇ, ਪਰਮੇਸ਼ਰ ਨੇ ਉਹਨੂੰ 3 ਪੁੱਤਰ ਤੇ 2 ਧੀਆਂ ਦੇ ਨਾਲ ਹੋਰ ਬਲੈਸ ਕਰ ਦਿੱਤਾ, ਕਿਉਂਕਿ ਪਰਮੇਸ਼ਰ ਸਾਤੋਂ ਕੋਈ ਚੰਗੀ ਚੀਜ਼ ਰੋਕਣੀ ਨਹੀਂ ਚਾਹੁੰਦਾ। ਪਰ ਸਾਡੀਆਂ ਚੋਣਾਂ ਜਿਹੜੀਆਂ ਆ, ਕਈ ਵਾਰੀ ਉਹਨਾਂ ਦੇ ਕਾਰਨ ਅਸੀਂ ਗਲਤ ਚੀਜ਼ਾਂ ਦੇ ਵਿੱਚ ਫਸ ਜਾਂਦੇ ਹਾਂ ਤੇ ਗਲਤ ਚੋਣਾਂ ਦੇ ਕਾਰਨ ਸਾਡੇ ਜੀਵਨ ਦੇ ਵਿੱਚ ਗਲਤ ਰਿਜ਼ਲਟ ਆ ਜਾਂਦੇ ਆ। ਪਰਮੇਸ਼ਰ ਸਾਨੂੰ ਪਿਆਰ ਕਰਦੇ ਆ, ਤਾਂ ਹੀ ਉਹ ਬਾਰ-ਬਾਰ ਸਾਨੂੰ ਚਾਹੁੰਦਾ ਕਿ ਅਸੀਂ ਅੱਜ ਵੀ ਮੁੜ ਆਈਏ। ਤੇ ਫਿਰ ਬਾਰ-ਬਾਰ ਇਹਦੇ ਵਿੱਚ ਇਹੀ ਆਉਂਦਾ, ਉਹ ਦਿਖਾਉਂਦਾ ਹੈ ਆਪਾਂ ਨੂੰ ਕਿ ਮੁੰਡਾ ਸੈਮੂਅਲ ਯਹੋਵਾ ਦੇ ਅੱਗੇ ਵੱਡਾ ਹੁੰਦਾ ਗਿਆ। ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉਹ ਜਿਹੜਾ ਸੈਮੂਅਲ ਸੀ, ਜਿਹੜਾ ਹਨਾ ਦਾ ਪਹਿਲਾ ਬੇਟਾ ਸੀ, ਪ੍ਰਾਰਥਨਾ ਦੇ ਨਾਲ ਲਿਆ, ਉਹ ਉਹਦੇ ਨਾਲ ਵੱਡਾ ਹੁੰਦਾ। ਕਿੱਥੇ ਵੱਡਾ ਹੁੰਦਾ ਸੀ? ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ। ਕਿਉਂ? ਕਿਉਂਕਿ ਹਨਾ ਨੇ ਰਾਈਟ ਚੋਣ ਕਰ ਲਈ ਸੀ। ਆਮੇਨ। ਅਸੀਂ ਆਪਣੇ ਬੱਚੇ, ਕਈ ਵਾਰੀ ਸਾਡੇ ਔਲਾਦ ਨਹੀਂ ਹੁੰਦੀ, ਅਸੀਂ ਆਪਣੇ ਬੱਚਿਆਂ ਨੂੰ ਬਹੁਤ ਵਿਗਾੜ ਵੀ ਸਕਦੇ। ਮੈਨੂੰ ਪਤਾ ਆ, ਸਾਡੇ ਸਾਹਮਣੇ ਸਾਡੇ ਪਰਿਵਾਰ ਦੇ ਵਿੱਚ ਹੋਇਆ। ਉਹ ਕਹਿੰਦੇ ਹੁੰਦੇ ਸੀ ਸਾਡੇ ਇੱਕੋ ਹੀ ਪੁੱਤ ਆ, ਉਹਨੂੰ ਡਾਂਟਦੇ ਨਹੀਂ ਸੀਗੇ, ਉਹਨੂੰ ਸਹੀ ਸਿੱਖਿਆ ਨਹੀਂ ਦੇਣੀ ਚਾਹੁੰਦੇ ਸੀ, ਜੇ ਕੋਈ ਕਹਿੰਦਾ ਵੀ ਸੀ ਤਾਂ ਉਹਦੇ ਵਿਰੁੱਧ ਹੁੰਦੇ ਸੀਗੇ। ਪਰ ਇਹ ਬੇਟਾ ਜਿਹੜਾ ਬਹੁਤ ਲਾਡਲਾ ਸੀ, ਮਸੀਹ ਲਿਆ ਸੀਗਾ, ਉਹਨੇ ਆਪਣਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਦਿੱਤਾ ਤੇ ਉਹ ਪਰਮੇਸ਼ਰ ਵਿੱਚ ਹੀ ਵੱਧਦਾ ਗਿਆ। ਤੇ ਸੈਮੂਅਲ ਨੇ ਵੀ ਐਲੀ ਦੇ ਅਧੀਨ ਹੋ ਕੇ ਸਹੀ ਚੋਣਾਂ ਕਰਦਾ ਰਿਹਾ ਅਤੇ ਰਿਸ਼ਤੇ ਪ੍ਰਭੂ ਦੀ ਸੇਵਾ ਕਰਦਾ ਰਿਹਾ। ਜਿਹੜਾ ਸੈਮੂਅਲ ਸੀ, ਜਿਹੜਾ ਮੁੰਡਾ ਸੀਗਾ, ਉਹ ਵੀ ਹਰ ਰੋਜ਼ ਪਰਮੇਸ਼ਰ ਦਾ ਜਿਹੜਾ ਜਾਜਕ ਸੀ ਐਲੀ, ਉਹਦੇ ਨਾਲ ਹੀ ਸਹੀ ਚੋਣਾਂ ਕਰਦਾ ਸੀਗਾ। ਕਿਹੜੀਆਂ ਸਹੀ ਚੋਣਾਂ? ਉਹਦੇ ਆਖੇ ਲੱਗਦਾ ਸੀ, ਉਹਦੇ ਅਧੀਨ ਰਹਿੰਦਾ ਸੀ ਤੇ ਜਦੋਂ ਪਰਮੇਸ਼ਰ ਦਾ ਵਚਨ ਉਹਨੂੰ ਸਿਖਾਉਂਦਾ ਹੋਊਗਾ ਉਹ ਸਿੱਖਦਾ ਸੀਗਾ। ਉਹਦੇ ਮਾਪੇ ਹੈ ਨਹੀਂ ਸੀ ਉੱਥੇ, ਪਰ ਫਿਰ ਵੀ ਉਹਨੇ ਰਾਈਟ ਚੋਣਾਂ ਕੀਤੀਆਂ, ਰਾਈਟ ਫੈਸਲੇ ਕੀਤੇ ਤੇ ਉਹ ਗਾਹਾਂ ਜਾ ਕੇ ਨਬੀ ਬਣ ਜਾਂਦਾ ਹੈ। ਆਮੇਨ। ਅੱਜ ਅਸੀਂ ਵੀ ਸਹੀ ਚੋਣਾਂ ਕਰ ਸਕਦੇ ਹਾਂ ਤੇ ਸਾਡੇ ਪੁੱਤਰ ਧੀਆਂ ਵੀ ਬਲੈਸ ਹੋ ਸਕਦੇ ਆ। ਤੇ ਜਿਹੜਾ ਐਲੀ ਸੀਗਾ, ਉਹਦੇ ਪੁੱਤਰ, ਮੈਂ ਉਹਦੇ ਬਾਰੇ ਬਾਹਲਾ ਨਹੀਂ ਕੁਛ ਕਹੂੰਗੀ, ਪਰ ਉਹਦੇ ਵੀ 2 ਪੁੱਤਰ ਸੀਗੇ। ਉਹਨਾਂ ਨੇ ਸਹੀ ਚੋਣਾਂ ਨਹੀਂ ਕੀਤੀਆਂ। ਉਹ ਜਾਜਕ ਸੀਗੇ, ਉਹ ਆਪਣੇ ਪਿਤਾ ਦੇ ਆਖੇ ਨਹੀਂ ਲੱਗੇ। ਉਹਦੇ ਪਿਤਾ ਨੂੰ ਪਤਾ ਸੀਗਾ ਉਹ ਰੌਂਗ ਕੰਮ ਕਰਦੇ, ਪਰਮੇਸ਼ਰ ਵੱਲੋਂ ਚੁਣੇ ਹੋਏ ਸੀਗੇ, ਪਰ ਗਲਤ ਫੈਸਲਾ ਲੈ ਲਿਆ, ਪਿਤਾ ਦੇ ਆਖੇ ਨਹੀਂ ਲੱਗੇ, ਲੋਕਾਂ ਨਾਲ ਖਰਾਬੀ ਕਰਦੇ ਸੀ। ਸਾਰਾ ਇਜ਼ਰਾਈਲ ਉਹਨਾਂ ਨੂੰ ਜਾਣਦਾ ਸੀਗਾ। ਗਲਤ ਚੋਣਾਂ ਸੀਗੀਆਂ। ਤਾਂ ਐਲੀ ਨੂੰ ਵੀ ਪਰਮੇਸ਼ਰ ਨੇ ਬਾਰ-ਬਾਰ ਦੱਸਿਆ ਸੀਗਾ
ਜੇ ਤੂੰ ਨਹੀਂ ਸੁਧਰਿਆ, ਇਹਨਾਂ ਨੂੰ ਨਹੀਂ ਹਟਾਇਆ, ਇਹਨਾਂ ਨੂੰ ਨਹੀਂ ਰੋਕਿਆ, ਤਾਂ ਤੇਰੇ ਘਰ ਦੇ ਉੱਤੇ ਮੁਸ਼ਕਲ ਆ ਸਕਦੀ ਹੈ। ਪਰ ਐਲੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਦੱਸਿਆ, ਪਰ ਉਹਨਾਂ ਨੇ ਨਾ ਸੁਣੀ। ਹਰੇਕ ਇਨਸਾਨ ਨੂੰ ਆਪਣੀ ਚੋਣ ਕਰਨੀ ਪੈਣੀ ਹੈ, ਚਾਹੇ ਉਹ ਬੇਟੇ ਹੋਣ ਤੇ ਚਾਹੇ ਜਾਜਕ ਹੋਣ ਤੇ ਚਾਹੇ ਮਾਤਾ ਪਿਤਾ ਹੋਵੇ, ਚਾਹੇ ਹਸਬੈਂਡ ਵਾਈਫ ਹੋਵੇ। ਪਰ ਜਿਹੜੀਆਂ ਵੀ ਚੋਣਾਂ ਕਰਦੇ ਸੀ ਉਹਨਾਂ ਦਾ ਰਿਜ਼ਲਟ ਆਇਆ। ਐਲੀ ਦੀ ਇੱਥੇ ਇਹ ਗਲਤੀ ਸੀਗੀ ਮੇਰੇ ਖਿਆਲ ਦੇ ਵਿੱਚ, ਕਿ ਜਦੋਂ ਪਰਮੇਸ਼ਰ ਨੇ ਉਹਨੂੰ ਵਾਰਨਿੰਗ ਦਿੱਤਾ ਸੀ, ਉਹਨਾਂ ਦੇ ਕੋਲ ਵੱਡਾ ਇੱਕ ਅਹੁਦਾ ਸੀਗਾ ਜਿਹੜਾ ਜਾਜਕਾਂ ਦਾ ਹੁੰਦਾ ਹੈ, ਤੇ ਉਹ ਪਵਿੱਤਰ ਜੀਵਨ ਨਹੀਂ ਰਹਿੰਦੇ ਸੀ, ਗੰਦਾ ਜੀਵਨ ਰਹਿੰਦੇ ਸੀ। ਤੁਸੀਂ ਆਪ ਸਟੱਡੀ ਕਰ ਲਿਓ, ਮੈਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਸੀ ਪਰ ਆਤਮਾ ਦੀ ਅਗਵਾਈ ਦੇ ਨਾਲ ਮੈਨੂੰ ਨਹੀਂ ਆ ਰਹੀਆਂ ਦੱਸਣ ਨੂੰ। ਸੋ ਉਹਨਾਂ ਨੇ ਉਹਨੂੰ ਹਟਾ ਸਕਦਾ ਸੀ ਉੱਥੋਂ, ਉਹਦੇ ਕੋਲ ਅਥਾਰਟੀ ਸੀਗੀ, ਉਹਨਾਂ ਦਾ ਪੇ ਸੀਗਾ, ਪਰ ਉਹਨੇ ਇਹ ਚੋਣ ਨਹੀਂ ਕੀਤੀ। ਆਪਣੇ ਬੇਟਿਆਂ ਦੇ ਉਸ ਅਹੁਦੇ ਤੇ ਉਹਨਾਂ ਨੂੰ ਰਹਿਣ ਦਿੱਤਾ। ਜਿਹੜੀ ਗਲਤ ਸੀਗੀ ਉਹਨੇ ਚੋਣ ਕੀਤੀ, ਹਟਾਉਣ ਦੀ ਕੋਸ਼ਿਸ਼ ਕੀਤੀ ਵੀ ਰੁਕ ਜਾਓ। ਜਿਹੜੇ ਗਲਤ ਕੰਮ ਉਹਨਾਂ ਨੂੰ ਦੱਸਿਆ, ਲੋਕਾਂ ਨੇ ਵੀ ਉਹਨਾਂ ਨੂੰ ਆ ਕੇ ਦੱਸਿਆ, ਪਰ ਫਿਰ ਵੀ ਉਸ ਜੌਬ ਦੇ ਉੱਤੇ ਉਹਨਾਂ ਨੂੰ ਨਹੀਂ ਰਹਿਣ ਹਟਾਇਆ ਨਹੀਂ। ਪਰ ਜਿਹੜਾ ਇਹ ਮੁੰਡਾ ਸੀਗਾ, ਇਹ ਜਾਜਕ ਨਹੀਂ ਸੀਗਾ, ਇਹ ਹਨਾ ਦਾ ਪੁੱਤ ਸੀਗਾ, ਪ੍ਰਾਰਥਨਾ ਦੇ ਨਾਲ ਮੰਗਿਆ ਸੀ, ਪਰ ਇਹ ਐਲੀ ਦੇ ਬਹੁਤ ਅਧੀਨ ਰਹਿੰਦਾ ਸੀ ਤਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵੱਧਦਾ ਸੀਗਾ। ਸੋ ਸਾਰਿਆਂ ਨੇ ਆਪੋ ਆਪਣਾ ਫੈਸਲਾ ਕੀਤਾ। ਉਹ ਮੁੰਡੇ ਵੀ ਉੱਥੇ ਹੀ ਵਧੇ ਸੀਗੇ, ਪਰ ਉਹਨੇ ਵੀ ਆਪਣੀ ਰੌਂਗ ਚੋਣ ਕਰ ਲਈ, ਤੇ ਪਿਤਾ ਨੇ ਵੀ ਉਹਨਾਂ ਦੇ ਉੱਤੇ ਬਹਾਨੇ ਬਣਾ ਲਏ ਹੋਗੇ ਜਾਂ ਕੁਛ ਵੀ, ਪਰ ਉਹਨਾਂ ਨੂੰ ਉਸ ਜਗ੍ਹਾ ਤੋਂ, ਉਸ ਅਹੁਦੇ ਤੋਂ ਹਟਾਇਆ ਨਹੀਂ। ਅੱਜ ਇਦਾਂ ਸਾਡੀਆਂ ਚਰਚਾਂ ਵਿੱਚ ਵੀ ਹੋ ਸਕਦੀ ਹੈ, ਸਾਡੇ ਘਰਾਂ ਵਿੱਚ ਵੀ ਹੋ ਸਕਦੀ ਹੈ। ਜੇ ਸੇਵਾਦਾਰ ਗਲਤ ਆ ਤੇ ਸਾਨੂੰ ਉੱਥੋਂ ਹਟਾਉਣੇ ਚਾਹੀਦੇ ਆ। ਜੇ ਸਾਡੇ ਧੀਆਂ ਪੁੱਤ ਗਲਤ ਆ, ਸਾਨੂੰ ਉਹਨਾਂ ਨੂੰ ਕਿੰਨੀ ਕੁ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ, ਸਾਨੂੰ ਪਤਾ ਹੋਣਾ ਚਾਹੀਦਾ। ਪਰ ਫੈਸਲਾ ਚੋਣਾਂ ਜਿਹੜੀਆਂ ਮੁੰਡਿਆਂ ਨੇ ਕੀਤੀਆਂ, ਉਹਨਾਂ ਨੂੰ ਸਜ਼ਾ ਮਿਲਣੀ ਹੈ। ਇਸ ਐਲੀ ਨੂੰ ਉਹਦੀ ਸਜ਼ਾ ਮਿਲਣੀ ਹੈ, ਹੈਨਾ ਨੂੰ ਉਹਦਾ ਹੀ ਰਿਵੋਰਡ ਮਿਲਣਾ। ਤੇ ਜਿਹੜੀ ਸੈਮੂਅਲ ਨੇ ਚੋਣ ਕੀਤੀ ਕਿ ਚਾਹੇ ਉਹਦੇ ਐਲੀ ਦੇ ਪੁੱਤ ਸਹੀ ਨਹੀਂ ਸੀਗੇ, ਪਰ ਉਹ ਵਫਾਦਾਰ ਰਿਹਾ ਉਹਦੀ ਆਗਿਆ ਸੁਣਨ ਨੂੰ। ਉਹਨੇ ਉਹਨਾਂ ਨੂੰ ਜਜਮੈਂਟ ਨਹੀਂ ਦਿੱਤੀ, ਉਹਨੇ ਮਸਾ ਦੇ ਥੱਲੇ ਹੀ ਰਹਿ ਕੇ ਉਹਦੀ ਆਗਿਆ ਦੇ ਕਰਕੇ, ਵਫਾਦਾਰ ਰਹਿਣ ਕਰਕੇ ਉਹ ਇੱਕ ਵੱਡਾ ਨਬੀ ਬਣਿਆ। ਆਪਾਂ ਉਹਦੇ ਬਾਰੇ ਹੋਰ ਦੇਖਾਂਗੇ। ਤੁਸੀਂ ਇਹ ਕਹਾਣੀ ਜੇ ਪੜ੍ਹਨੀ ਚਾਹੁੰਦੇ ਆ ਤੇ ਪੜ੍ਹ ਸਕਦੇ ਆ, ਸੈਮੂਅਲ 3:1-18, ਪਰ ਮੈਂ ਇੱਥੇ ਪੜ੍ਹਨ ਲੱਗੀ ਹਾਂ 1 ਸੈਮੂਅਲ 3 ਚੈਪਟਰ 19 ਤੇ 20। ਸੈਮੂਅਲ ਵੱਧਦਾ ਗਿਆ ਅਤੇ ਯਹੋਵਾ ਉਹਦੇ ਸੰਗ ਸੀਗਾ। ਜਦੋਂ ਅਸੀਂ ਉਹਦੀ ਹਜ਼ੂਰੀ ਵਿੱਚ ਰਹਿੰਦੇ ਹਾਂ ਤਾਂ ਫੇਥਫੁਲ ਰਹਿੰਦੇ ਹਾਂ, ਚਾਹੇ ਘਰ ਵਿੱਚ ਆ, ਚਾਹੇ ਪਿਤਾ ਦੇ ਥੱਲੇ ਆ, ਚਾਹੇ ਅਸੀਂ ਆਪਣੇ ਲੀਡਰਸ਼ਿਪ ਦੇ ਥੱਲੇ ਆ, ਤੇ ਪਰਮੇਸ਼ਰ ਉਹਨਾਂ ਦੇ ਨਾਲ ਰਹਿੰਦਾ ਹੈ। ਅਤੇ ਉਸਨੇ ਉਹਦੀ ਕੋਈ ਗੱਲ ਧਰਤੀ ਉੱਤੇ ਅਕਾਰਤ ਨਾ ਡਿੱਗਣ ਦਿੱਤੀ। ਉਹ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦਾ ਸੀ, ਪਰਮੇਸ਼ਰ ਦੇ ਨਾਲ ਰਹਿੰਦਾ ਸੀ। ਸੋ ਜੋ ਵੀ ਸੈਮੂਅਲ ਕਰਨਾ ਚਾਹੁੰਦਾ ਸੀ, ਪਰ ਮੰਗਦਾ ਸੀ, ਕਹਿੰਦੇ ਉਹਦੀ ਇੱਕ ਵੀ ਗੱਲ ਖਰਾਬ ਨਹੀਂ ਹੋਈ, ਯਾਨੀ ਕਿ ਕੋਈ ਵਿਅਰਥ ਗੱਲ ਨਹੀਂ ਗਈ ਉਹਦੀ। ਉਹ ਸਹੀ ਚੋਣਾਂ ਕਰਦਾ ਸੀਗਾ, ਪਰਮੇਸ਼ਰ ਕੋਲੋਂ ਵੀ ਸਹੀ, ਉਹਦੇ ਕੋਲ ਬੁੱਧ ਸੀਗੀ, ਉਹਦੇ ਨਾਲ ਸੀਗਾ। ਇਸ ਕਰਕੇ ਪਰਮੇਸ਼ਰ ਨੇ ਉਹਦਾ ਸਾਥ ਦਿੱਤਾ। ਅਤੇ ਦਾਨ ਤੋਂ ਲੈ ਕੇ ਪਿੰਡ ਦਾ ਨਾਂ ਆ ਬੇਰਸ਼ਵਾ ਤੋੜੀ ਸਾਰਾ ਇਸਰਾਇਲ ਜਾਣ ਗਿਆ ਜੋ ਸੈਮੂਅਲ ਯਹੋਵਾ ਦਾ ਨਬੀ ਠਹਿਰਾਇਆ ਗਿਆ ਹੈ। ਇੰਨਾ ਹੀ ਨਹੀਂ ਕਿ ਯਹੋਵਾ ਉਹਦੇ ਸੰਗ ਸੀਗਾ, ਯਹੋਵਾ ਉਹਦੀ ਮਦਦ ਕਰਦਾ ਸੀਗਾ, ਯਹੋਵਾ ਉਹਦੇ ਬਚਨਾਂ ਨੂੰ ਪੂਰਾ ਕਰਦਾ ਸੀ। ਇੰਨਾ ਹੀ ਨਹੀਂ, ਸਾਰਾ ਇਸਰਾਇਲ ਜਾਣ ਗਿਆ ਕਿ ਇਹ ਜਿਹੜਾ ਮੁੰਡਾ ਆਇਆ ਸੀ, ਹੁਣ ਇਹ ਵੱਡਾ ਨਬੀ ਬਣ ਗਿਆ ਹੈ, ਪਰਮੇਸ਼ਰ ਵੱਲੋਂ ਚੁਣਿਆ ਹੋਇਆ। ਇਹ ਉਸ ਵੇਲੇ ਚੇਤਾ ਰੱਖਿਓ ਆਇਆ ਸੀ ਜਦੋਂ ਹਾਲੇ ਆਪਣੀ ਮਾਂ ਦਾ ਦੁੱਧ ਹੀ ਛੱਡ ਕੇ ਆ ਗਿਆ ਸੀਗਾ। ਕੋਈ ਦੱਸਿਆ ਨਹੀਂ ਗਿਆ ਕਿੰਨੀ ਕੁ ਉਮਰ ਦਾ ਸੀਗਾ, ਪਰ ਉਸ ਵੇਲੇ ਕੋਈ ਟ੍ਰੇਨਿੰਗ ਨਹੀਂ ਸੀ ਉਹਦੇ ਕੋਲ। ਪਰ ਇਹ ਅਧੀਨ ਰਿਹਾ ਐਲੀ ਦੇ, ਤੇ ਯਹੋਵਾ ਦੇ ਘਰ ਉਹਦੀ ਸਿੱਖਿਆ ਦੇ ਵਿੱਚ ਵਾਧਾ ਰਿਹਾ, ਤੇ ਇਹਨੇ ਉੱਤੇ ਅਮਲ ਕੀਤਾ, ਚੋਣ ਕੀਤੀ ਕਿ ਜੋ ਵੀ ਮੈਨੂੰ ਐਲੀ ਕਹਿੰਦਾ ਆ ਮੈਂ ਉਹ ਕਰਦਾ ਰਿਹਾ। ਤੇ ਜੇ ਤੁਸੀਂ ਇਹ ਸਾਰੀ ਸਟੱਡੀ ਕੀਤੀ, ਇਹਦੀ ਮਾਂ ਹਰੇਕ ਸਾਲ ਆਉਂਦੀ ਸੀ ਤਾਂ ਇੱਕ ਕਹਿੰਦੇ ਚੋਗਾ ਜਿਹਾ, ਇੱਕ ਝੱਗਾ ਲੈ ਕੇ ਆਉਂਦਾ ਹੁੰਦਾ,
ਉਹਦੇ ਵਿੱਚ ਹੀ ਉਹ ਸੇਵਾ ਕਰਦਾ ਸੀ। ਅੱਜ ਸਾਡੇ ਲੋਕਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਹੈ, ਜਿਹੜਾ ਟਾਈਮ ਉਹ ਚੀਜ਼ਾਂ ਗਵਾਈ ਜਾਂਦੀਆਂ। ਕੰਪੀਟੀਸ਼ਨ ਚੋਂ ਬਾਹਰ ਨਿਕਲ ਕੇ ਅਸੀਂ ਪਰਮੇਸ਼ਰ ਦਾ ਸਾਦਗੀ ਵਾਲਾ ਚੋਗਾ ਪਾ ਲਈਏ, ਤਾਂ ਕਿ ਸਹੀ ਫੈਸਲੇ ਲੈ ਲਈਏ। ਸਾਦਗੀ ਦੇ ਵਿੱਚ ਸਾਡੇ ਤੇ ਕਰਜ਼ੇ ਨਹੀਂ ਚੜ੍ਹਨੇ, ਸਾਦਗੀ ਜੀਵਨ ਦੇ ਵਿੱਚ ਅਸੀਂ ਕਿਸੇ ਕੰਪੀਟੀਸ਼ਨ ਵਿੱਚ ਨਹੀਂ ਜਾਣਾ, ਪਰ ਚੋਣ ਕਰਨੀ ਪੈਣੀ ਆ ਕਿ ਅਸੀਂ ਸਾਦਾ ਜੀਵਨ ਰਹਿਣਾ ਜਾਂ ਕਰਜ਼ਿਆਂ ਦੇ ਥੱਲੇ ਰਹਿਣਾ, ਜਿੱਥੇ ਸਾਡੀ ਸ਼ਾਂਤੀ ਭੰਗ ਹੁੰਦੀ ਹੈ, ਜਿੱਥੇ ਸਾਡੇ ਤੇ ਕਰਜ਼ਾ ਚੜ ਜਾਂਦਾ ਹੈ। ਕਿ ਲੋਕ ਕਹਿੰਦੇ ਆ ਸਾਡੇ ਪੈਸੇ ਆਉਂਦੇ ਆ ਪਰ ਮਗਰੋਂ ਆਉਂਦੇ ਪਹਿਲੇ ਚਲ ਜਾਂਦੇ, ਸਾਡੇ ਬਿੱਲ ਇੰਨੇ ਆਏ ਹੁੰਦੇ। ਕਿਉਂ? ਜਦ ਤੁਹਾਨੂੰ ਪਤਾ ਇੰਨਾ ਹੀ ਆ। ਉਸ ਮੁੰਡੇ ਨੂੰ ਪਤਾ ਸੀ ਇੱਕੋ ਹੀ ਝੋਗਾ ਆਉਣਾ, ਮੇਰੇ ਕੋਲ ਇੱਕੋ ਹੀ ਝੱਗਾ ਲੈ ਕੇ ਆਉਂਦੀ ਸੀ ਸਾਲ ਦੇ ਵਿੱਚ। ਜਿਹੜਾ ਪੁਰਾਣਾ ਹੋਣਾ ਆ ਉਹ ਧੋਣ ਲਈ ਰੱਖ ਲੈਂਦਾ ਹੋਣਾ ਵੀ ਜਦੋਂ ਮੈਂ ਧੋਊਂਗਾ ਤੇ ਇਹ ਪਾ ਲਿਆ ਕਰੂੰਗਾ। ਪਰ ਉਹ ਪ੍ਰਭੂ ਦੀ ਸੇਵਾ ਦੇ ਵਿੱਚ ਵਫਾਦਾਰ ਰਿਹਾ, ਆਪਣੇ ਜਾਜਕ ਦੇ, ਆਪਣੇ ਐਲੀ ਦੇ ਅੰਡਰ ਦੇ ਵਿੱਚ ਰਿਹਾ। ਅੱਜ ਅਸੀਂ ਕਿਹਦੇ ਥੱਲੇ ਕੰਮ ਕਰ ਰਹੇ ਹਾਂ? ਪਰਮੇਸ਼ਰ ਪਿਤਾ ਦੇ ਜਾਂ ਵੈਰੀ ਦੇ ਜਾਂ ਲੋਕਾਂ ਦੇ? ਕਿਹਦੇ ਥੱਲੇ ਕੰਮ ਕਰ ਰਹੇ ਹਾਂ? ਜਾਂ ਆਪਣੇ ਆਪ ਦੇ ਥੱਲੇ ਕੰਮ ਕਰ ਰਹੇ ਹਾਂ? ਅਸੀਂ ਬਹੁਤ ਵਾਰੀ ਦੂਜਿਆਂ ਨੂੰ ਹੀ ਬਲੇਮ ਕਰਦੇ ਹਾਂ, ਪਰ ਚੋਣ ਤਾਂ ਸਾਡੀ ਆ। ਸੋ ਆਪਾਂ ਨੂੰ ਕਿਹੜੀ ਚੋਣ ਕਰਨੀ ਹੈ? ਹੈਨਾ ਨੇ, ਉਹਦੀ ਮਾਂ ਨੇ ਸਹੀ ਚੋਣ ਕੀਤੀ, ਐਲੀ ਦੇ ਬੱਚਿਆਂ ਨੇ ਸਹੀ ਚੋਣਾਂ ਨਹੀਂ ਕੀਤੀ। ਐਲੀ ਨੇ ਵੀ ਜਾਣਦੇ ਹੋਏ ਵੀ ਫਿਰ ਵੀ ਉਹਨਾਂ ਨੂੰ ਥੋਦਾ ਨਹੀਂ ਲਾਇਆ, ਉਹਨੇ ਵੀ ਸਹੀ ਚੋਣ ਨਹੀਂ ਕੀਤੀ। ਪਰ ਇਹ ਮੁੰਡਾ ਵੀ ਹੁਣ ਜਾਣਦਾ ਹੋਣਾ ਵੀ ਇਹਦੇ ਪੁੱਤ ਰੋਂਗ ਗੱਲਾਂ ਕਰਦੇ ਆ, ਪਰ ਉਹਨੇ ਫਿਰ ਵੀ ਬਲੇਮ ਨਹੀਂ ਕੀਤਾ। ਉਹ ਯਹੋਵਾ ਦੀ ਹਜ਼ੂਰੀ 'ਚ ਵੱਧਦਾ ਹੀ ਗਿਆ। ਆਮੀਨ। ਉਹ ਫੇਥਫੁਲ ਰਿਹਾ। ਕਿ ਅਸੀਂ ਅੱਜ ਦੂਜਿਆਂ ਨੂੰ ਜੱਜ ਕਰਦੇ ਹੋਏ ਆਰਾਮਾਂ ਦੇ ਦਿੰਦੇ, ਜਾਂ ਅਸੀਂ ਵੀ ਪ੍ਰਭੂ ਦੇ ਵਿੱਚ ਫੇਥਫੁਲ ਰਹਿ ਕੇ ਜਿੱਥੇ ਉਹ ਚਾਹਵੇ, ਜਿਹੜਾ ਕੰਮ ਉਹ ਚਾਹਵੇ, ਉਹਦੇ ਵਿੱਚ ਫੇਥਫੁਲ। ਚੋਣ ਸਾਡੀ ਹੈ। ਸੈਮੂਅਲ ਦੀ ਵਫਾਦਾਰੀ ਦੀ ਚੋਣ ਕਰਕੇ ਪਰਮੇਸ਼ਰ ਨੇ ਉਸ ਨੂੰ ਨਬੀ ਬਣਾਇਆ। ਪਤਾ, ਇਸੇ ਹੀ ਬੇਟੇ ਦੇ ਨਾਲ ਪਰਮੇਸ਼ਰ ਨੇ ਸੁਪਨੇ ਦੇ ਵਿੱਚ 3 ਵਾਰੀ ਗੱਲ ਕੀਤੀ। ਕਿਹਦੇ ਬਾਰੇ? ਐਲੀ ਦੇ ਘਰਾਣੇ ਬਾਰੇ। ਪਹਿਲਾਂ ਵੀ ਉਹਨੇ ਪਰਮੇਸ਼ਰ ਨੇ ਹੋਰ ਕਿਸੇ ਨੂੰ ਵੀ ਉਹਦੇ ਕੋਲ ਭੇਜਿਆ, ਆਪ ਵੀ ਗੱਲ ਕੀਤੀ। ਪਰ ਇਸ ਛੋਟੇ ਜਿਹੇ ਮੁੰਡੇ ਨੂੰ ਜਿਹੜਾ ਵਫਾਦਾਰ ਸੀਗਾ, ਉਸ ਜਾਜਕ ਲਈ ਗੱਲ ਕਹੀ। ਹਾਲੇ ਕਿ ਉਹਨੂੰ ਸੁਣਨਾ ਨਹੀਂ ਆਉਂਦਾ ਸੀਗਾ, ਉਹ ਬਾਰ-ਬਾਰ ਐਲੀ ਕੋਲ ਹੀ ਜਾਂਦਾ ਸੀਗਾ। ਤੂੰ ਮੈਨੂੰ ਸੱਦਿਆ? ਜਦੋਂ ਪਰਮੇਸ਼ਰ ਯਹੋਵਾ ਉਹਨੂੰ ਹਾਕ ਮਾਰਦਾ ਸੀ, ਸੈਮੂਅਲ ਸੈਮੂਅਲ, ਉਹ ਨਿੱਕਾ ਜਿਹਾ ਮੁੰਡਾ ਸੀਗਾ, ਉਹਨੂੰ ਨਹੀਂ ਪਤਾ ਪਰਮੇਸ਼ਰ ਕਿੱਦਾਂ ਬੋਲਦਾ, ਉਹਨੂੰ ਨਹੀਂ ਪਤਾ ਹਾਲੇ ਕਿ ਪਰਮੇਸ਼ਰ ਦੀ ਆਵਾਜ਼ ਕੀ ਆ। ਤੇ ਉਹ ਆਪਣੇ ਜਾਜਕ ਕੋਲ, ਆਪਣੇ ਐਲੀ ਕੋਲ ਨੱਠਾ ਜਾਂਦਾ, ਤੂੰ ਮੈਨੂੰ ਸਵਾਮੀ ਜੀ ਸੱਦਿਆ? ਉਹ ਕਹਿੰਦਾ ਨਹੀਂ, ਮੈਂ ਨਹੀਂ ਸੱਦਿਆ, ਜਾ ਸੌਂ ਜਾ। ਉਹ ਫੇਰ ਜਾਂਦਾ, ਫੇਰ ਇਦਾਂ ਹੀ ਹੁੰਦੀ ਆ, ਫਿਰ ਉਹ ਉਹਦੇ ਕੋਲ ਆਉਂਦਾ, ਬਾਰ-ਬਾਰ ਉਹਦੇ ਕੋਲੋਂ ਸਿੱਖਦਾ ਆ। ਤੇ ਤੀਸਰੀ ਵਾਰ ਉਹ ਕਹਿੰਦਾ ਜਾ ਹੁਣ ਪੈ ਜਾ, ਤੇ ਜਦੋਂ ਤੂੰ ਬੋਲਿਆ ਪਿਆ ਤੂੰ ਕਹੀ ਮੈਂ ਹਾਜ਼ਰ ਹਾਂ। ਹੁਣ ਐਲੀ ਨੂੰ ਵੀ ਪਤਾ ਲੱਗ ਗਿਆ ਕਿ ਮੈਂ ਤਾਂ ਇਹਨੂੰ ਨਹੀਂ ਸੱਦਦਾ, ਪਰ ਇਹ ਪਰਮੇਸ਼ਰ ਉਹਦੇ ਨਾਲ ਗੱਲ ਕਰਦਾ। ਤੇ ਉਹਨੇ, ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ ਤੇ ਉਹਨੂੰ ਦੱਸਿਆ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣ ਵਾਲਾ ਹੈ। ਚਾਹੇ ਤੁਸੀਂ ਕਿਹੜੀ ਵੀ ਜੌਬ ਦੇ ਉੱਤੇ ਆ, ਕਿਹਦੇ ਵੀ ਅੰਡਰ ਆ, ਜੇ ਤੁਹਾਡਾ ਰਿਸ਼ਤਾ ਯਹੋਵਾ ਦੇ ਨਾਲ, ਪਰਮੇਸ਼ਰ ਦੇ ਨਾਲ, ਪਿਤਾ ਦੇ ਨਾਲ ਸਹੀ ਆ, ਤਾਂ ਪਰਮੇਸ਼ਰ ਨੇ ਤੁਹਾਨੂੰ ਉੱਚਾ ਕਰ ਦੇਣਾ ਹੈ। ਉਹਨੇ ਦੇਖਣਾ ਨਹੀਂ ਪਾਸਟਰ ਜੀ ਨੇ ਤੁਹਾਨੂੰ ਕੀ ਕਿਹਾ, ਉਹਨੇ ਦੇਖਣਾ ਨਹੀਂ ਤੁਸੀਂ ਕੀ ਕਿਹਾ, ਪਰ ਉਹਨੇ ਇਹ ਦੇਖਣਾ ਤੂੰ ਕਿੰਨਾ ਫੇਥਫੁਲ ਆ ਮੇਰੇ ਨਾਲ, ਕਿੰਨਾ ਕੋਈ ਹਜ਼ੂਰੀ ਦੇ ਵਿੱਚ ਰਹਿੰਦਾ ਹੈ। ਤੁਹਾਨੂੰ ਸੁਣਨਾ ਆਵੇ ਜਾਂ ਨਾ ਸੁਣਨਾ ਆਵੇ, ਉਹਨੇ ਰਾਹ ਬਣਾ ਦੇਣਾ ਹੈ। ਤੀਜੀ ਵਾਰੀ ਉਹਨੇ ਸੁਣ ਲਿਆ ਤੇ ਉਹਨੇ ਉਦਾਂ ਹੀ ਕੀਤਾ। ਤੇ ਉਹ ਉਸੇ ਵੇਲੇ ਨੱਠਾ ਨਹੀਂ ਗਿਆ ਐਲੀ ਕੋਲ, ਦੇਖ ਤੂੰ ਇੰਨਾ ਵੱਡਾ ਹੁੰਦਾ ਹੋਏ ਵੀ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਆ। ਉਹ ਰਾਤ ਨੂੰ ਸਬਰ ਕਰਕੇ ਸੁੱਤਾ ਤੇ ਸਵੇਰ ਨੂੰ ਬਾਈਬਲ 'ਚ ਲਿਖਿਆ ਉੱਠ ਕੇ ਬੂਹੇ ਖੋਲੇ। ਉਦੋਂ ਐਲੀ ਨੇ ਉਹਨੂੰ ਪੁੱਛਿਆ ਰਾਤੀ ਪਰਮੇਸ਼ਰ ਨੇ ਤੇਰੇ ਨਾਲ ਕਿਹੜੀ ਗੱਲ ਕੀਤੀ? ਤੁਸੀਂ ਇਹ ਆਪ ਪੜ੍ਹ ਕੇ ਸਟੱਡੀ ਕਰਿਓ। ਬਹੁਤ ਵਾਰੀ ਸਾਨੂੰ ਕੋਈ ਸੁਪਨਾ ਆ ਜਾਂਦਾ, ਸਾਡੇ ਨਾਲ ਪਰਮੇਸ਼ਰ ਗੱਲ ਕਰ ਦਿੰਦਾ, ਕਿਸੇ ਦੀ ਕਮਜ਼ੋਰੀ ਦਿਖਾ ਦਿੰਦਾ ਆ, ਤੇ ਅਸੀਂ ਨੱਠੇ ਦੂਜਿਆਂ ਕੋਲ ਵੀ ਜਾਂਦੇ, ਇਕੱਲੇ ਉਹਦੇ ਕੋਲੇ ਨਹੀਂ, ਦੂਜਿਆਂ ਕੋਲ ਵੀ ਸ਼ੇਅਰ ਕਰਨਾ ਚਾਹੁੰਦੇ। ਮੈਂ ਉਹਦਾ ਦੱਸਣਾ ਨਹੀਂ ਸੀ ਚਾਹੁੰਦੀ, ਪਰ ਪਰਮੇਸ਼ਰ ਨੇ ਮੈਨੂੰ ਦੱਸਿਆ ਤੇ ਤੁਸੀਂ ਮੇਰੇ ਨਾਲ ਰਲ ਕੇ ਪ੍ਰਾਰਥਨਾ ਕਰੋ। ਨਹੀਂ, ਜੇ ਤੁਹਾਨੂੰ ਦੱਸਿਆ ਪਰਮੇਸ਼ਰ ਨੇ, ਫਿਰ ਤੁਸੀਂ ਪੁੱਛੋ ਪ੍ਰਭੂ ਮੈਂ ਕੀ ਕਰਾਂ। ਜੇ ਪ੍ਰਭੂ ਕਹਿੰਦਾ ਆ ਤੁਸੀਂ ਫਲਾਣੇ ਨਾਲ ਸ਼ੇਅਰ ਕਰੋ, ਫੇਰ ਸ਼ੇਅਰ ਕਰੋ।
ਬਹੁਤ ਵਾਰੀ ਜੇ ਪ੍ਰਭੂ ਮੇਰੇ ਨਾਲ ਗੱਲ ਕਰਦਾ ਉਹਦੇ ਵਿੱਚ ਮੈਨੂੰ ਕੁਛ ਕਰਨ ਨੂੰ ਕਹਿੰਦਾ ਤੇ ਉਹਨੇ ਸਬਰ ਕੀਤਾ ਤੇ ਉਹਨੇ ਉਹਦੇ ਤੇ ਕੋਈ ਤੋਮਨ ਨਹੀਂ ਲਾਈ। ਜਿੱਦਾਂ ਸਵੇਰ ਨੂੰ ਉੱਠਦਾ ਸੀ ਉਦਾਂ ਹੀ ਉਹਨੇ ਆਪਣਾ ਬੂਹੇ ਖੋਲ੍ਹੇ। ਸਾਡਾ ਰਵੱਈਆ ਕਈ ਵਾਰੀ ਬਦਲ ਜਾਂਦਾ ਜਦੋਂ ਸਾਨੂੰ ਸੱਚਾਈ ਦਾ ਪਤਾ ਲੱਗ ਜਾਂਦਾ ਹੈ ਇੱਕ ਦੂਸਰੇ ਦੀ, ਕਿਉਂਕਿ ਸਾਡੀਆਂ ਚੋਣਾਂ ਦਾ ਅਸਰ ਹੁੰਦਾ ਹੈ। ਯਿਸੂ ਮਸੀਹ ਇੱਥੇ ਸੋ ਆਪਾਂ ਦੇਖਦੇ ਹਾਂ ਹਨਾ ਨੇ ਬਹੁਤ ਬਲੈਸਿੰਗ ਪਾਈ ਇੱਕ ਪੁੱਤ ਦੇ ਕੇ, ਸਹੀ ਚੋਣ ਕਰਕੇ ਆਪਣਾ ਜਿਹੜਾ ਵਫਾਦਾਰੀ ਰਹੀ, ਜਿਹੜੀ ਉਹਨੇ ਚੋਣ ਕੀਤੀ, ਮੰਗਿਆ ਸੀ ਤੇ ਵਾਅਦਾ ਕੀਤਾ ਉਹਨੇ ਪੂਰਾ ਕਰਨ ਦੀ ਚੋਣ ਕੀਤੀ। ਐਲੀ ਨੇ ਚੋਣ ਜਿਹੜੀ ਕੀਤੀ ਮਸਾ ਕੀਤਾ ਹੋਇਆ ਸੀ, ਗਲਤ ਚੋਣ ਕਰ ਲਈ। ਸਹੀ ਚੱਲਦਾ ਸੀਗਾ, ਸਹੀ ਸਿੱਖਿਆ ਦਿੰਦਾ ਸੀਗਾ, ਪਰ ਆਪਣੇ ਬੇਟਿਆਂ ਦੇ ਵਾਸਤੇ ਰੌਂਗ ਚੋਣ ਕਰ ਲਈ। ਪਰ ਜਿਹੜਾ ਸੈਮੂਅਲ ਸੀਗਾ ਉਹ ਵਫਾਦਾਰੀ ਦੇ ਨਾਲ ਉਹਦੇ ਥੱਲੇ ਅੰਡਰ ਚੱਲਦਾ ਰਿਹਾ। ਅੱਜ ਉਹ ਬੱਚਿਆਂ ਨੂੰ ਵੀ ਇਹੀ ਆ ਕਿ ਜੇ ਤੁਸੀਂ ਆਪਣੇ ਮਾਪੇ ਦੇ ਅੰਡਰ ਚੱਲਦੇ ਆ, ਉਹਨਾਂ ਦੀ ਸਿੱਖਿਆ ਤੇ ਜੇ ਉਹ ਪਰਮੇਸ਼ਰ ਨਾਲ ਚੱਲਦੇ ਆ, ਮਾਪੇ ਵੀ ਨਹੀਂ ਚੱਲਦੇ ਤਾਂ ਤੁਸੀਂ ਅੱਜ ਵੀ ਪਰਮੇਸ਼ਰ ਦੇ ਅੰਡਰ ਆ ਸਕਦੇ ਆ। ਜਿਹੜੇ ਤੁਹਾਡੇ ਲੀਡਰਸ ਆ ਤੁਸੀਂ ਉਹਨਾਂ ਦੇ ਵੀ ਅੰਡਰ ਆ ਸਕਦੇ। ਯਿਸੂ ਮਸੀਹ ਨੇ ਵੀ ਆਪਣੇ ਪਿਤਾ ਦੇ ਆਗਿਆਕਾਰੀ ਬਣ ਕੇ ਇੱਕ ਚੋਣ ਕੀਤੀ। ਉਹਦੇ ਆਖੇ ਲੱਗਾ, ਇਸ ਦੁਨੀਆ ਦੇ ਵਿੱਚ ਆਇਆ, ਹਲੀਮ ਹੋ ਕੇ ਆਇਆ, ਤੇ ਫਿਰ ਜਦੋਂ ਉਹਦਾ ਟਾਈਮ ਆਇਆ ਸੈਕਰੀਫਾਈਸ ਕਰਨ ਨੂੰ, ਕੀ ਹੋਇਆ? ਉਸ ਵੇਲੇ ਯਿਸੂ ਮਸੀਹ ਤੜਫ ਉੱਠਿਆ, ਉਹਨੂੰ ਘਬਰਾਹਟ ਆਈ, ਪ੍ਰਾਰਥਨਾ ਕਰਦਾ ਸੀਗਾ। ਕਿਹਦੇ ਕੋਲ ਗਿਆ ਸੀ? ਚੋਣ ਸੀਗੀ ਉਹਦੀ ਵੀ, ਉਹ ਵੀ ਆਪਣੇ ਪਿਤਾ ਦੇ ਕੋਲ ਗਿਆ, ਆਪਣੇ ਸਾਥੀਆਂ ਨੂੰ ਲੈ ਕੇ ਤਾਂ ਗਿਆ, ਪਰ ਕਹਿੰਦਾ ਤੁਸੀਂ ਇੱਥੇ ਬੈਠ ਕੇ ਪ੍ਰਾਰਥਨਾ ਕਰੋ, ਮੈਂ ਆਪਣੇ ਪਿਤਾ ਦੇ ਕੋਲ ਜਾਣਾ ਹੈ। ਅੱਜ ਸਾਨੂੰ ਵੀ ਆਪਣੇ ਪਿਤਾ ਵੱਲ ਨੂੰ ਮੁੜਨ ਦੀ ਲੋੜ ਹੈ। ਜਦੋਂ ਸਾਡਾ ਦਿਲ ਘਬਰਾਉਂਦਾ ਹੈ, ਜਦੋਂ ਸਾਨੂੰ ਔਖਾ ਲੱਗਦਾ ਹੈ, ਤੇ ਉਹ ਕਹਿੰਦਾ ਪਿਤਾ ਇਹ ਕੱਪ ਜੇ ਹੋ ਸਕੇ ਤਾਂ ਮੇਰੇ ਤੋਂ ਦੂਰ ਹੋ ਜਾਵੇ, ਪਰ ਫਿਰ ਵੀ ਉਹ ਨਹੀਂ ਜੋ ਮੈਂ ਮੰਗਦਾ ਹਾਂ। ਕੀ ਮੇਰੀ ਇਹ ਪ੍ਰਾਰਥਨਾ ਹੈ? ਕੀ ਤੁਹਾਡੀ ਇਹ ਪ੍ਰਾਰਥਨਾ ਹੈ ਕਿ ਪਿਤਾ ਜੇ ਹੋ ਸਕੇ ਤਾਂ ਜਿਹੜਾ ਸਿਚੁਏਸ਼ਨ ਆ ਮੇਰੇ ਤੋਂ ਟਲ ਜਾਵੇ, ਪਰ ਤਾਂ ਜੇ ਤੇਰੀ ਮਰਜ਼ੀ ਆ, ਜੇ ਤੇਰੀ ਮਰਜ਼ੀ ਆ ਮੈਂ ਇੱਥੇ ਜਾਵਾਂ ਜਾਂ ਨਾ ਜਾਵਾਂ, ਜੇ ਤੇਰੀ ਮਰਜ਼ੀ ਆ ਮੈਂ ਜੌਬ ਲਵਾਂ ਜਾਂ ਨਾ ਲਵਾਂ, ਮੈਨੂੰ ਦਿਖਾ, ਪਰ ਉਹ ਹੋਵੇ ਮੇਰੇ ਜੀਵਨ ਦੇ ਵਿੱਚ ਜੋ ਤੇਰੀ ਮਰਜ਼ੀ ਆ। ਕਿਉਂਕਿ ਉਹਨੂੰ ਔਖਾ ਲੱਗਦਾ ਸੀ। ਕਹਿੰਦੇ ਪਸੀਨਾ ਜਿਹੜਾ ਸੀ ਉਹਦਾ, ਉਹ ਲਹੂ ਦੀਆਂ ਬੂੰਦਾਂ ਆਉਂਦੀਆਂ ਸੀਗੀਆਂ, ਇੰਨਾ ਔਖਾ ਸੀਗਾ ਉਹਨੂੰ। ਇਹ ਵੀ ਉਹਨੂੰ ਇੱਕ ਫੈਸਲਾ ਕਰਨਾ ਪਿਆ, ਸਹੀ ਫੈਸਲਾ ਜੇ ਨਾ ਲੈਂਦੇ ਤੇ ਅੱਜ ਮੇਰੀ ਤੇ ਤੁਹਾਡੀ ਮੁਕਤੀ ਨਹੀਂ ਹੋਣੀ ਸੀ। ਉਹਨਾਂ ਨੇ ਪਰਮੇਸ਼ਰ ਦੀ ਮਰਜ਼ੀ ਨੂੰ ਆਪਣੇ ਪਿਤਾ ਕੋਲ ਜਾ ਕੇ ਮੰਗਿਆ ਤੇ ਉਹਨੇ ਸਹੀ ਫੈਸਲਾ ਲਿਆ ਕਿ ਪਿਤਾ ਤੇਰੀ ਮਰਜ਼ੀ ਪੂਰੀ ਹੋਵੇ, ਤੇ ਪਿਤਾ ਪਰਮੇਸ਼ਰ ਨੇ ਉਹਨੂੰ ਉਸੇ ਕ੍ਰਾਸ ਦੇ ਉੱਤੇ ਚੜਾ ਕੇ ਮੇਰੇ ਤੇ ਤੁਹਾਡੇ ਪਾਪਾਂ ਦੀ ਕੁਰਬਾਨੀ ਵਾਸਤੇ ਦੇ ਦਿੱਤਾ। ਤੇ ਬਾਈਬਲ 'ਚ ਲਿਖਿਆ ਆ, ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਰ ਸਦੀਵਕ ਜੀਵਨ ਪਾਵੇ। ਸੋ ਅੱਜ ਸਾਨੂੰ ਵੀ ਚੋਣ ਕਰਨੀ ਪੈਣੀ ਆ ਕਿ ਅਸੀਂ ਇਸ ਕੁਰਬਾਨੀ ਜਿਹੜੀ ਉਹਨੂੰ ਦਿੱਤੀ ਆ ਉਹਨੂੰ ਕਬੂਲ ਕਰ ਲਈਏ, ਉਹਦੇ ਉੱਤੇ ਨਿਹਚਾ ਕਰ ਲਈਏ, ਤਾਂ ਕਿ ਸਾਡੇ ਵਾਸਤੇ ਸਹੀ ਹੋਵੇ। ਫਿਰ ਪ੍ਰਭੂ ਵਿੱਚ ਆਉਣ ਤੋਂ ਬਾਅਦ ਵੀ ਸਾਨੂੰ ਬਹੁਤ ਸਾਰੀਆਂ ਚੋਣਾਂ ਕਰਨੀਆਂ ਪੈਣੀਆਂ, ਕਿਉਂਕਿ ਹਾਲੇ ਜਦੋਂ ਅਸੀਂ ਪ੍ਰਭੂ ਵਿੱਚ ਆਉਂਦੇ ਅਸੀਂ ਤਾਂ ਉਦੋਂ ਜਨਮ ਹੀ ਲੈਂਦੇ ਆ। ਜਿਹੜਾ ਪੁਰਾਣਾ ਜੀਵਨ ਸੀ ਉਹ ਛੱਡ ਦੇਣਾ ਤੇ ਨਵੇਂ ਜੀਵਨ ਦੇ ਵਿੱਚ ਆਉਣਾ ਹੈ। ਤੇ ਉਹ ਫਿਰ ਆਪਾਂ ਇੱਦਾਂ ਦੇਖਣਾ ਕਿ ਹੁਣ ਅਸੀਂ ਉਹਦੇ ਧੀਆਂ ਪੁੱਤ ਹਾਂ ਯਿਸੂ ਮਸੀਹ ਦੀ ਕੁਰਬਾਨੀ ਕਰਕੇ, ਤੇ ਹੁਣ ਅਸੀਂ ਚੋਣਾਂ ਵੀ ਉਦਾਂ ਦੀਆਂ ਕਰੀਏ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਸਾਡੇ ਪਿਤਾ ਨੂੰ ਵਡਿਆਈ ਮਿਲਦੀ ਹੈ, ਜਿਹਦੇ ਨਾਲ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਸਾਡੀ ਲੋ ਚਮਕਦੀ ਹੈ। ਪਰ ਜੇ ਅਸੀਂ ਉਹਨਾਂ ਵਰਗੇ ਹੀ ਕੰਮ ਕਰਦੇ, ਚਰਚ ਨੂੰ ਵੀ ਜਾ ਸਕਦੇ, ਬਾਈਬਲ ਵੀ ਪੜ੍ਹ ਸਕਦੇ, ਪ੍ਰਾਰਥਨਾ ਵੀ ਕਰ ਸਕਦੇ ਆ, ਪਰ ਜਦੋਂ ਫਿਰ ਵੀ ਉਹਨਾਂ ਵਰਗੇ ਹੀ ਕੰਮ ਕਰਦੇ ਆ ਤਾਂ ਫਿਰ ਅਸੀਂ ਉਹਨਾਂ ਵਿੱਚ ਚਮਕਣਾ ਨਹੀਂ ਹੈਗਾ, ਅਸੀਂ ਉਹਨਾਂ ਵਿੱਚ ਰਲ ਮਿਲ ਜਾਣਾ। ਜਿੱਦਾਂ ਪਾਣੀ ਦਾ ਗਲਾਸ ਚਿੱਟਾ ਆ, ਜੇ ਤੁਸੀਂ ਇੱਕ ਬੂੰਦ ਰੰਗ ਦੀ ਪਾਤੀ ਤਾਂ ਸਾਰਾ ਪਾਣੀ ਡਿਫਰੈਂਟ ਰੰਗ ਹੋ ਜਾਣਾ। ਤੁਸੀਂ ਸਾਰੇ ਭਰੇ ਰਹਿ ਸਕਦੇ ਆ, ਪਰ ਜੇ ਤੁਸੀਂ ਦੁਨੀਆ ਦੀਆਂ ਚੀਜ਼ਾਂ ਆਪਣੇ ਵਿੱਚ ਥੋੜੀਆਂ ਵੀ ਪਾ ਲਈਆਂ ਤੇ ਤੁਸੀਂ ਦੁਨੀਆ ਵਰਗੇ ਵੀ ਬਣ ਸਕਦੇ, ਫਿਰ ਉਹਨਾਂ ਦੇ ਵਿੱਚ ਹੀ ਮਿਕਸ ਹੋ ਜਾਣਾ ਹੈ। ਪਾਣੀ ਨੂੰ ਤਾਂ ਰੰਗ ਨੂੰ ਅੱਡ ਕਰਨਾ ਔਖਾ ਹੋ ਜਾਣਾ। ਕੀ ਤੁਹਾਡੇ ਕੋਲ ਚਿੱਟੀ ਪਵਿੱਤਰਤਾ ਹੀ ਆ
ਕੀ ਤੁਹਾਡੀ ਚੋਣ ਲਾਈਟ ਦਿੰਦੀ ਆ ਲੋਕਾਂ ਨੂੰ? ਜਿਹੜੀਆਂ ਚੋਣਾਂ ਕਰਦੇ ਉਹ ਲੋਕਾਂ ਨੂੰ ਦੱਸਦੇ ਆ ਕਿ ਯਿਸੂ ਮਸੀਹ ਜਿੰਦਾ ਆ ਜਾਂ ਨਹੀਂ ਦੱਸਦਾ? ਆਮੇਨ। Amen. ਪਰ ਚੋਣ ਸਾਨੂੰ ਕਰਨੀ ਪੈਣੀ ਹੈ। ਕੀ ਸਾਡੀਆਂ ਚੋਣਾਂ ਦੇ ਨਾਲ ਪਰਮੇਸ਼ਰ ਨੂੰ ਜਲਾਲ ਆਉਂਦਾ ਹੈ ਜਾਂ ਨਹੀਂ ਆਉਂਦਾ? ਦੂਸਰੀ ਕਲੋਸੀਆਂ ਵਿੱਚ ਲਿਖਿਆ ਹੈ 3:23 ਵਿੱਚ, ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੂ ਦੇ ਲਈ ਕਰੋ, ਨਾ ਕਿ ਮਨੁੱਖਾਂ ਦੇ ਲਈ। ਅਸੀਂ ਲੋਕਾਂ ਦੇ ਵਿੱਚ ਬਹਿ ਕੇ ਲੋਕਾਂ ਦੀਆਂ ਗੱਲਾਂ ਨਾਲ ਉਹਨਾਂ ਨੂੰ ਖੁਸ਼ ਨਹੀਂ ਕਰਨਾ ਚਾਹੀਦਾ, ਉਹਨਾਂ ਦੇ ਡਰਾਵੇ ਦੇ ਥੱਲੇ ਨਹੀਂ ਆਉਣਾ। ਪਰ ਜੋ ਵੀ ਅਸੀਂ ਕਰੀਏ, ਜੋ ਵੀ ਤੁਸੀਂ ਅੱਜ ਕਰਦੇ, ਮੈਂ ਕਰਦੀ ਹਾਂ, ਜੋ ਵੀ ਤੁਸੀਂ ਸਾਰੇ ਕਰਦੇ ਆ ਮੈਂ ਕਰਦੀ ਹਾਂ, ਉਹ ਕਹਿੰਦਾ ਪ੍ਰਭੂ ਚਿੱਤ ਲਾ ਕੇ ਕਰੋ। ਤੇ ਪਰ ਕਿਹਦੇ ਲਈ ਕਰੋ? ਪ੍ਰਭੂ ਲਈ ਕਰੋ। ਕਿ ਪ੍ਰਭੂ ਸਾਡੇ ਨਾਲ ਹੁਣ ਖੁਸ਼ ਹੋ, ਜਾਂ ਅਸੀਂ ਲੋਕਾਂ ਨੂੰ ਪਲੀਜ਼ ਕਰ ਰਹੇ ਹਾਂ? ਇਹ ਸਾਨੂੰ ਚੋਣ ਕਰਨੀ ਪੈਣੀ ਹੈ। ਪ੍ਰਭੂ ਦੇ ਲਈ ਕਰੋ ਕਹਿੰਦਾ। ਦੂਸਰਾ ਇਤਿਹਾਸ ਉਹਦਾ 1 ਚੈਪਟਰ ਤੇ 7ਵੀਂ ਆਇਤ ਵਿੱਚ ਲਿਖਿਆ ਹੈ, ਮੈਂ ਉਹਦੀ ਸਟੋਰੀ ਦੱਸੂਗੀ, ਕਿ ਸੁਲੇਮਾਨ ਨੂੰ ਪਰਮੇਸ਼ਰ ਨੇ ਚੁਣ ਲਿਆ ਕਿ ਉਹ ਰਾਜਾ ਬਣੇ। ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਉਹ ਬਹੁਤ ਵੱਡਾ ਰਾਜਾ ਬਣਿਆ। ਪਰਮੇਸ਼ਰ ਦਾ ਉਹਨੇ ਮਹਿਲ ਬਣਾਇਆ, ਭਵਨ ਬਣਾਇਆ, ਕਰਕੇ ਉਹਦੇ ਪਿਤਾ ਨੂੰ ਨਹੀਂ ਸੀ ਉਹਨੇ ਬਣਾਉਣ ਦਿੱਤਾ। ਪਰ ਸੈਮੂਅਲ ਨੂੰ ਸੁਲੇਮਾਨ ਨੂੰ ਉਹਨੇ ਚੁਣ ਲਿਆ। ਜਦੋਂ ਇੰਨਾ ਕੁਝ ਹੋਵੇ, ਕਈ ਵਾਰੀ ਆਪਣੇ ਦਿਲ ਵਿੱਚ ਹੰਕਾਰ ਵੀ ਆ ਸਕਦਾ ਹੈ। ਪਰ ਉਸੇ ਰਾਤ ਕਹਿੰਦੇ ਪਰਮੇਸ਼ਰ ਨੇ ਉਹਨੂੰ ਦਰਸ਼ਨ ਦਿੱਤਾ। ਉਸੇ ਰਾਤ ਪਰਮੇਸ਼ਰ ਨੇ ਸੁਲੇਮਾਨ ਨੂੰ ਦਰਸ਼ਨ ਦਿੱਤਾ ਤੇ ਉਹਨੂੰ ਆਖਿਆ, ਮੰਗ, ਮੈਂ ਤੈਨੂੰ ਕੀ ਦੇਵਾਂ। ਹੁਣ ਇੱਥੇ ਤੁਸੀਂ ਤੇ ਮੈਂ ਆਪਣੇ ਆਪ ਨੂੰ ਦੇਖਣਾ ਕਿ ਜੇ ਸਾਡੀ ਮਿਨਿਸਟਰੀ ਜਾਂ ਸਾਡਾ ਕਾਰੋਬਾਰ ਜਾਂ ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ, ਸਾਰਾ ਕੁਝ ਸਹੀ ਚੱਲਦਾ ਹੈ, ਤੇ ਪਰਮੇਸ਼ਰ ਅੱਜ ਆ ਕੇ ਤੁਹਾਨੂੰ ਕਵੇ ਮੰਗ, ਮੈਨੂੰ ਆ ਕੇ ਕਵੇ ਮੰਗ ਤੂੰ ਕੀ ਚਾਹੁੰਦੀ ਹੈ, ਤੇ ਆਪਾਂ ਕੀ ਚਾਹੁੰਦਾ ਹੈ, ਇਹ ਦੇਖਣ ਵਾਲੀ ਗੱਲ ਹੈ। ਤੇ ਉਹ ਕੀ ਮੰਗਦਾ ਆ? ਇਹਦੇ 10ਵੀਂ ਆਇਤ ਵਿੱਚ, ਪਹਿਲਾ ਹੀ ਚੈਪਟਰ, ਦੂਸਰਾ ਇਤਿਹਾਸ ਜਾਨੀ ਕਿ ਦੂਸਰਾ ਕ੍ਰੋਨਿਕਲ, ਪਹਿਲਾ ਚੈਪਟਰ ਤੇ 10ਵੀਂ ਆਇਤ, ਹੁਣ ਤੋਂ ਮੈਨੂੰ ਬੁੱਧ ਤੇ ਗਿਆਨ ਦੇ ਤੇ ਮੈਂ ਇਹਨਾਂ ਲੋਕਾਂ ਦੇ ਅੱਗੇ ਅੰਦਰ ਬਾਹਰ ਆਇਆ ਜਾਇਆ ਕਰਾਂ, ਕਿਉਂ ਜੋ ਤੇਰੀ ਇਸ ਐਡੀ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ? ਉਹਨੇ ਬੁੱਧ ਮੰਗੀ ਕਿਉਂਕਿ ਉਹਨੇ ਰਾਜਾ ਬਣਾਇਆ। ਅੱਜ ਮੈਨੂੰ ਤੇ ਤੁਹਾਨੂੰ ਪਰਮੇਸ਼ਰ ਨੇ ਰਾਜੇ ਦੇ ਪੁੱਤਰ ਧੀਆਂ ਬਣਾਇਆ। ਤਾਂ ਸਾਡੇ ਮੂਹਰੇ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਨਾਲ ਅਸੀਂ ਦਿਨ ਕੱਟਣੇ ਆ। ਸਾਨੂੰ ਵੀ ਬੁੱਧ ਦੀ ਲੋੜ ਆ, ਧਨ ਦੀ ਨਹੀਂ, ਬੁੱਧ ਦੀ ਲੋੜ ਆ। ਪਰ ਅਸੀਂ ਸੋਚਦੇ ਜੇ ਸਾਡੇ ਕੋਲ ਜ਼ਿਆਦਾ ਧਨ ਹੋਇਆ, ਜ਼ਿਆਦਾ ਵਧੀਆ ਜੋਬਾਂ ਹੋਈਆਂ, ਜ਼ਿਆਦਾ ਘਰ ਦੇ ਵਿੱਚ ਸਾਰਾ ਕੁਝ ਸੁੱਖ ਸ਼ਾਂਤ ਹੋਇਆ, ਤਾਂ ਫਿਰ ਸਾਰਾ ਕੁਝ ਠੀਕ ਹੋਣਾ। ਪਰ ਸਾਨੂੰ ਤਾਂ ਪਰਮੇਸ਼ਰ ਨੇ ਹਾਲੇ ਬਹੁਤ ਵੱਡੀ ਜੌਬ ਦਿੱਤੀ ਆ। ਜਿੱਦਾਂ ਇਸ ਰਾਜੇ ਕੋਲ ਸੀਗੀ, ਉਹਨੇ ਲੋਕਾਂ ਦਾ ਨਿਆਂ ਕਰਨਾ ਸੀ, ਲੋਕਾਂ ਦੀ ਦੇਖਭਾਲ ਕਰਨੀ ਸੀਗੀ। ਅਸੀਂ ਵੀ ਅੱਜ ਪ੍ਰਭੂ ਦੇ ਲੋਕਾਂ ਦੀ ਦੇਖਭਾਲ ਕਰਨ ਨੂੰ ਇੱਥੇ ਆ। ਸੋ ਸਾਨੂੰ ਵੀ ਪਰਮੇਸ਼ਰ ਦੀ ਬੁੱਧ ਮੰਗਣ ਦੀ ਲੋੜ ਆ। ਕਿ ਜੇ ਅਸੀਂ ਬੁੱਧ ਮੰਗੀਏ ਤਾਂ ਸਾਨੂੰ ਹੋਰ ਚੀਜ਼ਾਂ ਦਾ ਘਾਟਾ ਪਊਗਾ? ਇਹ ਵੀ ਆਪਾਂ ਦੇਖ ਲੈਂਦੇ ਹਾਂ। ਤੇ ਜਿਹੜਾ ਰਾਜਾ ਸੁਲੇਮਾਨ ਸੀ, ਉਹਨੇ ਪਰਮੇਸ਼ਰ ਤੋਂ ਬੁੱਧ ਤੇ ਗਿਆਨ ਮੰਗਿਆ। ਕਾਹਤੇ? ਆਪਣੇ ਲੋਕਾਂ ਲਈ। ਅੱਜ ਸਾਨੂੰ ਵੀ ਆਪਣੇ ਲੋਕਾਂ ਲਈ, ਜਿਹੜੇ ਸਾਨੂੰ ਦਿੱਤੇ ਹੋਏ ਆ ਪਰਮੇਸ਼ਰ ਨੇ, ਉਹਨਾਂ ਲਈ ਬੁੱਧ ਤੇ ਅਕਲ ਅਸੀਂ ਆਪਣੇ ਲਈ ਮੰਗਣੀ ਆ ਕਿ ਅਸੀਂ ਉਹਨਾਂ ਦੀ ਸਹੀ ਤਰੀਕੇ ਨਾਲ ਮਦਦ ਕਰ ਸਕੀਏ। ਆਮੇਨ। 11ਵੀਂ ਆਇਤ ਵਿੱਚ ਲਿਖਿਆ, ਤਾਂ ਪਰਮੇਸ਼ਰ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਜੋ ਤੇਰੇ ਮਨ ਵਿੱਚ ਇਹ ਗੱਲ ਸੀ, ਔਰ ਤੂੰ ਨਾ ਤਾਂ ਧਨ ਦੌਲਤ, ਨਾ ਪੱਤ, ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ, ਤੇ ਨਾ ਹੀ ਵਡੇਰੀ ਉਮਰ ਮੰਗੀ, ਸਗੋਂ ਤੂੰ ਆਪਣੇ ਲਈ ਬੁੱਧ ਤੇ ਗਿਆਨ ਮੰਗਿਆ, ਤਾਂ ਜੋ ਮੇਰੀ ਇਸ ਪਰਜਾ ਦਾ ਨਿਆਂ ਕਰੇ, ਜਿਨ੍ਹਾਂ ਦਾ ਮੈਂ ਤੈਨੂੰ ਪਾਤਸ਼ਾਹ ਬਣਾਇਆ ਹੈ। ਬੁੱਧ ਤੇ ਗਿਆਨ ਤੈਨੂੰ ਦਿੱਤਾ ਜਾਊਗਾ 12ਵੀਂ ਆਇਤ ਵਿੱਚ, ਤੇ ਨਾਲੇ ਤੈਨੂੰ ਇੰਨਾ ਧਨ ਦੌਲਤ ਤੇ ਪੱਤ ਦਿਆਂਗਾ ਵੀ ਨਾ ਦਾ ਤੇ ਤੋਂ ਪਹਿਲੇ ਦੇ ਪਾਤਸ਼ਾਹ ਕੋਲ ਸੀ, ਤੇ ਨਾ ਹੀ ਤੇਰੇ ਮਗਰੋਂ ਆਉਣ ਵਾਲਿਆਂ ਦੇ ਕੋਲ ਹੋਵੇਗਾ। ਜੇ ਅਸੀਂ ਪਰਮੇਸ਼ਰ ਦੇ ਕੋਲੋਂ ਸਹੀ ਚੀਜ਼ਾਂ ਮੰਗਦੇ ਆ, ਜਿਹੜੇ ਕੰਮ ਲਈ ਉਹਨੇ ਸਾਨੂੰ ਚੁਣਿਆ ਆ, ਉਹਦੇ ਲੋਕਾਂ ਦੇ ਤੱਕ ਖੁਸ਼ਖਬਰੀ ਲਿਜਾਣ ਲਈ ਸਾਨੂੰ ਚੁਣਿਆ, ਆਪਣੇ ਧੀਆਂ ਪੁੱਤ ਬਣਾ ਲਿਆ ਆ, ਉਹਦੇ ਪੁੱਤਰ ਦੇ ਆਪਣਾ ਜੀਵਨ ਦੇ ਕੇ, ਖੂਨ ਦੇ ਕੇ ਸਾਨੂੰ ਖਰੀਦ ਲਿਆ ਆ, ਤੇ ਸਾਡੀ ਵੀ ਜ਼ਿੰਮੇਵਾਰੀ ਹੈ। ਸੋ ਸਾਨੂੰ ਵੀ ਅੱਜ ਬੁੱਧ ਦਾ
ਮੰਗਣ ਦੀ ਲੋੜ ਆ ਪਰਮੇਸ਼ਰ ਕੋਲ, ਤਾਂ ਕਿ ਅਸੀਂ ਵੀ ਸਹੀ ਚੋਣਾਂ ਕਰ ਸਕੀਏ ਤੇ ਅਸੀਂ ਵੀ ਉਹਨਾਂ ਲੋਕਾਂ ਦੀ ਮਦਦ ਕਰ ਸਕੀਏ, ਆਪਣੇ ਪਰਿਵਾਰ ਦੀ ਮਦਦ ਕਰ ਸਕੀਏ ਤੇ ਜਿਹੜੇ ਪਰਮੇਸ਼ਰ ਦੇ ਚੁਣੇ ਹੋਏ ਲੋਕ ਆ ਉਹਨਾਂ ਦੀ ਮਦਦ ਕਰ ਸਕੀਏ। ਆਮੇਨ। ਪਰ ਸਾਨੂੰ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਨ ਦੀ ਲੋੜ ਵਾ ਤੇ ਪਿਤਾ ਵੱਲ ਨੂੰ ਜਾਣ ਦੀ ਲੋੜ ਵਾ ਤੇ ਬੁੱਧ ਮੰਗਣ ਦੀ ਲੋੜ ਵਾ, ਤਾਂ ਕਿ ਸਹੀ ਚੋਣਾਂ ਕਰ ਸਕੀਏ। ਪਰ ਅੱਜ ਵੀ ਆਪਣੇ ਸਾਰਿਆਂ ਕੋਲ ਇਹ ਮੌਕਾ ਹੈਗਾ ਆ, ਜਿਹੜੇ ਮਰਜ਼ੀ ਸਟੇਜ ਤੇ ਤੁਸੀਂ ਹੈਗੇ ਆ, ਅੱਜੇ ਹੀ ਪਰਮੇਸ਼ਰ ਵੱਲ ਨੂੰ ਆ ਜਾਓ, ਕਿਉਂਕਿ ਉਹ ਅੱਜ ਵੀ ਤੁਹਾਨੂੰ ਉਨਾ ਹੀ ਪਿਆਰ ਕਰਦਾ। ਚਾਹੇ ਅਸੀਂ ਕਿਤੇ ਉਹ ਵੀ ਭੁੱਲ ਗਏ ਸੀਗੇ, ਡਿੱਗ ਗਏ ਸੀਗੇ, ਪਰ ਅੱਜ ਉਹ ਤੁਹਾਨੂੰ ਫੇਰ ਸੱਦਾ ਦੇ ਰਿਹਾ ਹੈ, ਲੇਟ ਨਾ ਹੋਏ। ਆਮੇਨ। Amen. ਆਪਾਂ ਹੁਣ ਪ੍ਰੇ ਕਰਦੇ ਹਾਂ, ਆਪਣਾ ਟਾਈਮ ਲੰਘ ਗਿਆ ਤੇ ਆਪਾਂ ਪ੍ਰੇ ਕਰਦੇ ਹਾਂ ਤਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਤਾਂ ਜ਼ਰੂਰ ਇਸ ਬਚਨ ਉੱਤੇ ਅਸਰ ਕਰਨਾ, ਤਾਂ ਜ਼ਰੂਰ ਹੌਲੀ ਸਪਿਰਿਟ ਵੀ ਤੁਹਾਡੇ ਨਾਲ ਗੱਲਾਂ ਕਰਦਾ ਸੀ ਤੇ ਉਹਦੇ ਆਖੇ ਲੱਗਣਾ। ਆ ਜਾਓ ਆਪਾਂ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ ਕਰਕੇ ਤੁਸੀਂ ਸਾਡੇ ਹਰ ਇੱਕ ਚੀਜ਼ ਦੇ ਵਿੱਚ ਮਦਦ ਕਰਦੇ। ਤੁਸੀਂ ਰੂਹ ਆਤਮਾ ਇਸ ਕੰਮ ਨੂੰ ਭੇਜਿਆ। ਜਦੋਂ ਸੁਰਿੰਦਰ ਗੱਲਾਂ ਕਰਦੀ ਸੀ ਤੇ ਰੂਹ ਆਤਮਾ ਇਕੱਲੇ ਇਕੱਲੇ ਨਾਲ ਗੱਲਾਂ ਕਰ ਰਿਹਾ ਸੀ। ਤਾਂ ਸਵਰਗੀ ਪਿਤਾ ਤੁਸੀਂ ਸਾਨੂੰ ਸਾਡੇ 'ਤੇ ਕਿਰਪਾ ਕਰੋ, ਸਾਡੀ ਮਦਦ ਕਰੋ ਤੇ ਸਵਰਗੀ ਪਿਤਾ ਇਹ ਬਚਨ ਅਸੀਂ ਆਪਣੇ ਜੀਵਨ 'ਚ ਵਰਤ ਸਕੀਏ ਤੇ ਅਸੀਂ ਸਹੀ ਚੋਣਾਂ ਕਰ ਸਕੀਏ, ਸਹੀ ਡਿਸੀਜਨਸ ਮੇਕ ਕਰ ਸਕੀਏ। ਤਾਂ ਸਵਰਗੀ ਪਿਤਾ ਜਿਹੜੀ ਉਲਝਣ ਦੇ ਵਿੱਚ ਅਸੀਂ ਫਸੇ ਹੋਏ, ਜਿਹੜੀ ਪ੍ਰੋਬਲਮ ਵਿੱਚ ਅਸੀਂ ਫਸੇ ਹੋਏ ਹਾਂ, ਫਿਰ ਅਸੀਂ ਉਹਦੇ ਵਿੱਚੋਂ ਨਿਕਲ ਸਕੀਏ ਤੇ ਅਸੀਂ ਫਤਿਹਮੰਦ ਬਣ ਸਕੀਏ। ਅਸੀਂ ਲੋਕਾਂ ਤੋਂ ਡਰ ਕੇ ਰੋਂਗ ਡਿਸੀਜਨ ਅਸਰ ਨਾ ਲਈਏ, ਪਰ ਸਵਰਗੀ ਪਿਤਾ ਅਸੀਂ ਤੁਹਾਡੇ ਤੋਂ ਡਰ ਕੇ ਅਸੀਂ ਜੋ ਬਾਈਬਲ ਕਹਿੰਦੀ ਉਹਦੇ ਕਾਰਨ ਉਹਦੇ ਨਾਲ ਰਲ ਕੇ ਅਸੀਂ ਸਹੀ ਡਿਸੀਜਨਸ ਮੇਕ ਕਰ ਸਕੀਏ। ਸਵਰਗੀ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਵਿੱਚ ਕਰਦੇ ਹਾਂ। ਆਮੇਨ। ਓਕੇ ਜੀ। ਓਕੇ ਜੀ, ਆਪਾਂ ਫਿਰ ਮਿਲਦੇ ਹਾਂ ਸੰਡੇ ਨੂੰ, ਜੇ ਪ੍ਰਭੂ ਉਦੋਂ ਤੱਕ ਨਹੀਂ ਆਏ। ਪਰ ਆਪਾਂ ਆਪਣੀ ਤਿਆਰੀ ਜ਼ਰੂਰ ਰੱਖਣੀ ਆ, ਆਪਾਂ ਇੱਥੇ ਨਹੀਂ ਰਹਿਣਾ, ਪ੍ਰਭੂ ਦੇ ਨਾਲ ਜਾਣ ਨੂੰ ਆਪਾਂ ਤਿਆਰ ਹੋਣਾ ਹੈ, ਕਿਉਂਕਿ ਉਹਨੇ ਸਾਨੂੰ ਸੱਦਾ ਦਿੱਤਾ ਆ। ਤੇ ਜਿੰਨਾ ਚਿਰ ਇੱਥੇ ਆ ਆਪਾਂ ਉਹਦੀ ਸੇਵਾ ਦੇ ਵਿੱਚ ਲੱਗੇ ਰਹਿਣਾ। ਆਮੇਨ। ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ, ਬਰਕਤ ਦੇਵੇ। God bless you. See you on Sunday. ਜੈ ਮਸੀਹ ਦੀ। Bless you. Amen.